Hi, this is Ishan Agarwal. I welcome you all to the ਮਿਹਨਤੀ ਬੱਚੇ ਚੈਨਲ। ਜੋ ਸਟੂਡੈਂਟਸ ਡਾਇਰੈਕਟ ਅੱਜ ਦਾ ਲੈਕਚਰ ਦੇਖ ਰਹੇ ਹਨ ਉਹਨਾਂ ਤੋਂ ਮੇਰੀ ਰਿਕੁਐਸਟ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਲੈਕਚਰ ਨੰਬਰ 1 ਜ਼ਰੂਰ ਦੇਖੋ ਤਾਂ ਕਿ ਅੱਜ ਦੇ ਆਪਾਂ ਜਿੰਨੇ ਵੀ ਕਨਸੈਪਟ ਆਪਾਂ ਪੜਾਂਗੇ ਤੁਹਾਨੂੰ ਅੱਛੇ ਤਰੀਕੇ ਨਾਲ ਕਲੀਅਰ ਹੋ ਜਾਣ। ਬਾਕੀ ਜੋ ਸਟੂਡੈਂਟਸ ਨੇ ਲੈਕਚਰ ਨੰਬਰ 1 ਦੇਖ ਲਿਆ ਉਹਨਾਂ ਲਈ ਇੱਕ ਕੁਐਸਚਨ ਹੈ ਮਾਰਕੀਟ ਆਫਰਿੰਗ ਕੈਨ ਬੀ ਕੰਬੀਨੇਸ਼ਨ ਆਫ ਪ੍ਰੋਡਕਟ ਐਂਡ ਸਰਵਿਸਿਜ਼ ਇਨਫੋਰਮੇਸ਼ਨ places and all of the above ਸੋ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਦੇਣਾ ਹੈ। ਇਹ ਨਾਲ ਤੁਹਾਡਾ ਕੀ ਹੈ ਪਿਛਲੇ ਲੈਕਚਰ ਦੀ ਰਿਵੀਜ਼ਨ ਹੋ ਜਾਊਗੀ। ਬਾਕੀ ਜੋ ਸਟੂਡੈਂਟਸ ਇਸ ਚੈਨਲ ਤੇ ਨਏ ਆਏ ਹੈ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਸਾਡੇ ਚੈਨਲ ਤੇ ਅਕਾਊਂਟਸ ਦੀ ਪਲੇਲਿਸਟ ਵੀ ਰੈਡੀ ਪਈ ਹੈ ਜੋ ਕਿ ਹਰ ਇੱਕ ਐਗਜ਼ਾਮ ਲਈ ਇੰਪੋਰਟੈਂਟ ਹੈ ਕਿਉਂਕਿ ਇਸ ਅਕਾਊਂਟਸ ਦਾ ਬੇਸਿਕ ਸਾਰਾ ਕੁਝ ਕਵਰ ਕਰਾਇਆ ਹੋਇਆ ਹੈ। ਬਾਕੀ ਕੋਈ ਵੀ ਅਗਰ ਤੁਹਾਨੂੰ ਪਲੇਲਿਸਟ ਚਾਹੀਦੀ ਹੈ ਤਾਂ ਤੁਸੀਂ ਸਾਡੀ ਸਾਈਟ www.mehnatibachche.com ਤੇ ਜਾ ਕੇ ਵੀ ਦੇਖ ਸਕਦੇ ਹੋ। ਉੱਥੇ ਸਬਜੈਕਟ ਵਾਈਜ਼ ਅਸੀਂ ਹਰ ਇੱਕ ਦੀ ਪਲੇਲਿਸਟ ਤਿਆਰ ਰੱਖੀ ਹੋਈ ਹੈ। ਬਾਕੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਕੋਲ ਜੋ ਮਟੀਰੀਅਲ ਅਵੇਲੇਬਲ ਹੈ ਉਹ ਹੈਗਾ ਪੰਜਾਬ ਪਟਵਾਰੀ ਦੀ ਟੈਸਟ ਸੀਰੀਜ਼ ਆਈਟੀ ਨੋਟਸ ਐਂਡ ਐਗਰੀਕਲਚਰ ਨੋਟਸ। ਬਾਕੀ ਨੈਬ ਤਹਿਸੀਲਦਾਰ ਲਈ ਸਾਡੇ ਕੋਲ ਟੈਸਟ ਸੀਰੀਜ਼ ਅਵੇਲੇਬਲ ਹੈ ਐਂਡ ਫੰਕਸ਼ਨਲ ਮੈਨੇਜਰ ਲਈ ਮੈਨੇਜਮੈਂਟ ਦੇ ਨੋਟਸ ਐਂਡ ਉਹਦੀ ਟੈਸਟ ਸੀਰੀਜ਼ ਅਵੇਲੇਬਲ ਹੈ। ਸੋ ਅੱਜ ਦਾ ਲੈਕਚਰ ਆਪਾਂ ਸ਼ੁਰੂ ਕਰਦੇ ਹਾਂ। ਸੋ ਅੱਜ ਆਪਾਂ ਪੜਾਂਗੇ ਮਾਰਕੀਟਿੰਗ ਮੈਨੇਜਮੈਂਟ ਦੇ ਬਾਰੇ। ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਮਾਰਕੀਟਿੰਗ ਮੈਨੇਜਮੈਂਟ ਯਾਨੀ ਕਿ ਮਾਰਕੀਟਿੰਗ ਦੀ ਮੈਨੇਜਮੈਂਟ ਕਰਨੀ। ਮਾਰਕੀਟਿੰਗ ਦੇ ਵਿੱਚ ਕਿਹੜੀ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ ਐਡਵਰਟਾਈਜ਼ਮੈਂਟ ਹੋ ਗਈ ਕਮਿਊਨੀਕੇਸ਼ਨ ਹੋ ਗਈ ਬ੍ਰਾਂਡਿੰਗ ਹੋ ਗਈ ਸੈਲਿੰਗ ਹੋ ਗਈ ਪੋਸਟ ਮਾਰਕੀਟ ਐਕਟੀਵਿਟੀਜ਼ ਹੋ ਗਈ। ਸੋ ਉਹ ਸਾਰੀ ਚੀਜ਼ਾਂ ਨੂੰ ਆਪਾਂ ਮੈਨੇਜ ਕਰਨਾ ਅੱਛੇ ਤਰੀਕੇ ਨਾਲ ਤਾਂ ਕਿ ਆਪਾਂ ਕਸਟਮਰਸ ਨੂੰ ਇੱਕ ਸੁਪੀਰੀਅਰ ਵੈਲਿਊ ਡਿਲੀਵਰ ਕਰ ਸਕੀਏ ਜਿਨ੍ਹਾਂ ਨਾਲ ਆਪਣਾ ਫਿਊਚਰ ਰਿਲੇਸ਼ਨ ਵੀ ਬਣਿਆ ਰਹੇ ਤਾਂ ਕਿ ਕਸਟਮਰ ਦੁਬਾਰਾ ਤੋਂ ਆਪਣੇ ਕੋਲ ਆਵੇ ਐਂਡ ਜੋ ਡਿਮਾਂਡ ਹੈ ਉਹਨੂੰ ਆਪਾਂ ਅੱਛੇ ਤਰੀਕੇ ਨਾਲ ਰੈਗੂਲੇਟ ਕਰ ਸਕੀਏ ਜਿਸ ਕਰਕੇ ਕਸਟਮਰ ਨੂੰ ਪ੍ਰੋਡਕਟ ਦੀ ਅਵੇਲੇਬਿਲਿਟੀ ਵਿੱਚ ਵੀ ਕੋਈ ਦਿੱਕਤ ਨਾ ਹੋਵੇ। ਸੋ ਪੜ੍ਹਦੇ ਹਾਂ ਆਪਾਂ ਕਿ ਫਿਲਿਪ ਕੋਟਲਰ ਕੀ ਕਹਿੰਦਾ ਹੈ। Marketing management is the art and science of choosing target markets and building profitable relation with them. ਸੋ ਮੈਨੇਜਮੈਂਟ ਮਾਰਕੀਟਿੰਗ ਇੱਕ ਆਰਟ ਹੈ ਤੇ ਸਾਇੰਸ ਹੈ। ਇਹ ਵਰਡ ਤੁਹਾਨੂੰ ਦੋਨੋਂ ਯਾਦ ਰੱਖਣੇ ਹੈ। ਆਰਟ ਐਂਡ ਸਾਇੰਸ ਹੈ ਕਾਦੀ ਟਾਰਗੇਟ ਮਾਰਕੀਟਸ ਨੂੰ ਚੂਜ਼ ਕਰਨਾ ਤੇ ਉਸ ਮਾਰਕੀਟ ਦੇ ਨਾਲ ਇੱਕ ਪ੍ਰੋਫਿਟੇਬਲ ਰਿਲੇਸ਼ਨ ਬਣਾਉਣਾ ਤਾਂ ਕਿ ਆਪਾਂ ਕਸਟਮਰਸ ਨੂੰ ਵੈਲਿਊ ਡਿਲੀਵਰ ਕਰਕੇ ਉਹਨਾਂ ਤੋਂ ਪ੍ਰੋਫਿਟ ਵੀ ਕਮਾ ਸਕੀਏ। This involves getting, keeping, growing customers ਕਿ customers ਨੂੰ get ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ and ਉਹਨਾਂ ਨੂੰ ਵਧਾਉਣਾ time to time through creating, delivering and communicating superior value। superior value ਯਾਨੀ ਕਿ ਜੋ ਆਪਾਂ product ਉਹਨਾਂ ਨੂੰ provide ਕਰਦੇ ਹਾਂ ਉਹਦੀ ਸਭ ਤੋਂ superior value ਉਹਨਾਂ ਨੂੰ ਬਣਾ ਕੇ ਦੇਣਾ ਡਿਲੀਵਰ ਕਰਨਾ ਤੇ ਉਸ ਬਾਰੇ ਦੱਸਣਾ ਕਸਟਮਰਸ ਨੂੰ ਜਿਸ ਕਰਕੇ ਕਸਟਮਰਸ ਆਪਣੇ ਨਾਲ ਜੁੜੇ ਰਹਿਣ। ਤੇ ਫਿਲਿਪ ਕੋਟਲਰ ਕੌਣ ਹੈ? ਫਾਦਰ ਆਫ ਮਾਰਕੀਟਿੰਗ। ਸੋ thus marketing management involves managing demand। ਇੱਕ ਤਾਂ ਡਿਮਾਂਡ ਨੂੰ ਮੈਨੇਜ ਕਰਕੇ ਰੱਖਣਾ ਤਾਂ ਕਿ ਆਪਾਂ ਕਸਟਮਰਸ ਦੀ ਡਿਮਾਂਡ ਨੂੰ ਫੁੱਲਫਿਲ ਕਰ ਸਕੀਏ ਔਨ ਟਾਈਮ ਕੀ ਪ੍ਰੋਡਕਟਸ ਆਪਣੇ ਹੈ ਉਹ ਔਨ ਟਾਈਮ ਉਹਨਾਂ ਕੋਲ ਪਹੁੰਚ ਸਕਣ ਯਾਨੀ ਕਿ ਡਿਸਟ੍ਰੀਬਿਊਸ਼ਨ ਸਿਸਟਮ ਆਪਣਾ ਅੱਛਾ ਹੋਵੇ ਵਿਚ ਇਨ ਟਰਮਸ ਇਨਵੋਲਵ ਮੈਨੇਜਿੰਗ ਕਸਟਮਰ ਰਿਲੇਸ਼ਨਸ਼ਿਪਸ ਤੇ ਕਸਟਮਰ ਨੂੰ ਆਪਾਂ ਗੁੱਡ ਕੁਆਲਿਟੀ ਪ੍ਰੋਡਕਟ ਦਈਏ ਤੇ ਬਾਅਦ ਚ ਉਹਨਾਂ ਨੂੰ ਸਰਵਿਸਿਜ਼ ਦਈਏ ਜਿਹਦੇ ਨਾਲ ਆਪਣਾ ਕਸਟਮਰ ਰਿਲੇਸ਼ਨਸ਼ਿਪ ਵੀ ਮੈਨੇਜ ਰਹੇ। ਅੱਜ ਆਪਾਂ ਮਾਰਕੀਟਿੰਗ ਦੇ ਕਨਸੈਪਟਸ ਪੜਾਂਗੇ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਰਿਲੇਟਡ ਤੁਹਾਨੂੰ ਐਗਜ਼ਾਮ 'ਚ ਪੱਕਾ ਕੋਈ ਨਾ ਕੋਈ ਕੁਐਸਚਨ ਦੇਖਣ ਨੂੰ ਜ਼ਰੂਰ ਮਿਲੂਗਾ। ਸੋ ਅੱਜ ਦਾ ਲੈਕਚਰ ਧਿਆਨ ਨਾਲ ਦੇਖਿਓ। ਮਾਰਕੀਟਿੰਗ ਦੇ ਕਿੰਨੇ ਕਨਸੈਪਟ ਹੈ? 5 ਕਨਸੈਪਟ ਹੈ। ਸਭ ਤੋਂ ਪਹਿਲਾ ਕਨਸੈਪਟ ਕੀ ਆਂਦਾ? ਪ੍ਰੋਡਕਸ਼ਨ ਕਨਸੈਪਟ। ਸੈਕਿੰਡ ਆਂਦਾ ਪ੍ਰੋਡਕਟ ਕਨਸੈਪਟ। ਥਰਡ ਸੈਲਿੰਗ ਕਨਸੈਪਟ। ਫੋਰਥ ਮਾਰਕੀਟਿੰਗ ਕਨਸੈਪਟ ਐਂਡ ਫਿਫਥ ਕੀ ਆਂਦਾ? ਸੋਸਾਇਟਲ ਮਾਰਕੀਟਿੰਗ ਕਨਸੈਪਟ। ਸੋ ਪ੍ਰੋਡਕਸ਼ਨ ਕਨਸੈਪਟ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਪ੍ਰੋਡਕਸ਼ਨ। ਇਸ ਕਨਸੈਪਟ ਦੇ ਵਿੱਚ ਆਪਾਂ ਕੀ ਕਰਦੇ ਹਾਂ ਸਾਰਾ ਜਿੰਨਾ ਵੀ ਆਪਣਾ ਧਿਆਨ ਹੁੰਦਾ ਹੈ ਉਹ ਪ੍ਰੋਡਕਸ਼ਨ ਦੇ ਉੱਪਰ ਦਿੰਨੇ ਆ ਕਿ ਆਪਾਂ ਜਿਹੜੀ ਪ੍ਰੋਡਕਸ਼ਨ ਹੈ ਲਾਰਜ ਸਕੇਲ ਤੇ ਕਰਨੀ ਹੈ ਸੋ ਜਿਸ ਕਰਕੇ ਆਪਣੀ ਜਿਹੜੀ ਕਾਸਟ ਹੈ ਉਹ ਕੀ ਹੋਵੇ ਘਟ ਜੇ। ਸੈਕਿੰਡ ਕਨਸੈਪਟ ਆਪਾਂ ਨੂੰ ਕੀ ਕਹਿੰਦਾ ਹੈ? ਪ੍ਰੋਡਕਟ ਕਨਸੈਪਟ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਪ੍ਰੋਡਕਟ ਕਿ ਆਪਾਂ ਨੇ ਪ੍ਰੋਡਕਟ ਦੇ ਉੱਪਰ ਧਿਆਨ ਦੇਣਾ ਹੈ ਯਾਨੀ ਕਿ ਉਹਦੀ ਕੁਆਲਿਟੀ ਦੇ ਉੱਪਰ ਧਿਆਨ ਦੇਣਾ ਹੈ ਕਿ ਆਪਾਂ ਕਸਟਮਰਸ ਨੂੰ ਕੁਆਲਿਟੀ ਪ੍ਰੋਵਾਈਡ ਕਰੀਏ। ਥਰਡ ਕਨਸੈਪਟ ਕੀ ਕਹਿੰਦਾ? ਸੈਲਿੰਗ ਕਨਸੈਪਟ। ਆਪਾਂ ਨੇ ਪੂਰਾ ਧਿਆਨ ਕਿਹਦੇ ਉੱਪਰ ਦੇਣਾ? ਸੈਲਿੰਗ ਦੇ ਉੱਪਰ ਦੇਣਾ ਹੈ ਨਾ ਕਿ ਪ੍ਰੋਡਕਟ ਦੇ ਉੱਪਰ ਨਾ ਹੀ ਪ੍ਰੋਡਕਸ਼ਨ ਦੇ ਉੱਪਰ ਸਿਰਫ ਸੈਲਿੰਗ ਦੇ ਉੱਪਰ ਯਾਨੀ ਕਿ ਜੋ ਪ੍ਰੋਡਕਟ ਆਪਾਂ ਨੇ ਬਣਾਇਆ ਹੈ ਉਹਨੂੰ ਆਪਾਂ ਨੇ ਮਾਰਕੀਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵੇਚੀ ਜਾਣਾ ਹੈ ਯਾਨੀ ਕਿ ਪ੍ਰਮੋਟ ਕਿ ਪ੍ਰਮੋਟ ਦਾ ਮਤਲਬ ਕੀ ਹੋਇਆ ਇੱਥੇ? ਐਡਵਰਟਾਈਜ਼ਿੰਗ ਦੇ ਥਰੂ ਕਸਟਮਰਸ ਨੂੰ ਬਾਰ-ਬਾਰ ਫੋਨ ਕਰਕੇ ਦੱਸਣਾ ਆਪਣੇ ਪ੍ਰੋਡਕਟਸ ਦੇ ਬਾਰੇ। ਠੀਕ ਹੈ ਨਾ। ਉਸ ਤੋਂ ਬਾਅਦ ਆਉਂਦਾ ਮਾਰਕੀਟਿੰਗ ਕਨਸੈਪਟਸ। ਮਾਰਕੀਟਿੰਗ ਕਨਸੈਪਟ ਕੀ ਕਹਿੰਦਾ ਹੈ ਕਿ ਕਸਟਮਰ ਹੈ ਉਹ ਕਿੰਗ ਹੈ ਕਿ ਕਸਟਮਰ ਨੂੰ ਉਹੀ ਚੀਜ਼ ਪ੍ਰੋਵਾਈਡ ਕਰੋ ਜਿਸ ਦੀ ਉਹਨੂੰ ਲੋੜ ਹੈ। ਸੋ ਇਸ 'ਚ ਕੀ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਰਿਸਰਚ ਕਰਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਡਕਟ ਨੂੰ ਡਿਵੈਲਪ ਕਰਦੇ ਹਾਂ ਫਿਰ ਆਪਾਂ ਕਸਟਮਰ ਨੂੰ ਡਿਲੀਵਰ ਕਰਦੇ ਹਾਂ। ਲਾਸਟ ਕਨਸੈਪਟ ਕੀ ਹੁੰਦਾ? ਸੋਸਾਇਟਲ ਮਾਰਕੀਟਿੰਗ ਕਨਸੈਪਟ। ਇਸ 'ਚ ਆਪਾਂ ਕੀ ਹੈ
ਕਸਟਮਰ ਨੂੰ ਇੱਕ ਤਾਂ ਪ੍ਰੋਡਕਟ ਦੇਣਾ ਹੈ ਉਹਦੀ ਨੀਡ ਦੇ ਹਿਸਾਬ ਨਾਲ, ਪਲੱਸ ਆਪਾਂ ਨੇ ਸੁਸਾਇਟੀ ਦਾ ਵੀ ਧਿਆਨ ਰੱਖਣਾ ਹੈ ਕਿ ਆਪਣੇ ਕਰਕੇ ਸੁਸਾਇਟੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ, ਆਪਾਂ ਨੂੰ ਸੁਸਾਇਟੀ ਨੂੰ ਬੈਨੀਫਿਟਸ ਦੇਣੇ ਪੈਣਗੇ। ਸੋ ਹਜੇ ਤਾਂ ਆਪਾਂ ਨੇ ਇਹਨਾਂ ਦਾ ਇੱਕ ਓਵਰਵਿਊ ਲਿੱਤਾ, ਹੁਣ ਆਪਾਂ ਇੱਕ ਇੱਕ ਕਰਕੇ ਕਨਸੈਪਟ ਨੂੰ ਡੀਪਲੀ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਆਉਂਦਾ ਪ੍ਰੋਡਕਸ਼ਨ ਕੰਸੈਪਟ। ਪ੍ਰੋਡਕਸ਼ਨ ਕੰਸੈਪਟ ਕੀ ਕਹਿੰਦਾ ਹੈ? ਕੰਜ਼ਿਊਮਰ ਵਿਲ ਫੇਵਰ ਪ੍ਰੋਡਕਟਸ ਦੈਟ ਆਰ ਚੀਪ ਐਂਡ ਅਵੇਲੇਬਲ। ਕਿ ਕਸਟਮਰਸ ਹੈ ਸਿਰਫ ਉਹੀ ਪ੍ਰੋਡਕਟਸ ਨੂੰ ਫੇਵਰ ਕਰਦੇ ਨੇ ਜੋ ਕਿ ਬਹੁਤ ਸਸਤੇ ਹੈ ਤੇ ਉਹਨਾਂ ਨੂੰ ਈਜ਼ਲੀ ਅਵੇਲੇਬਲ ਹੈ। ਸੋ ਆਪਾਂ ਜਿੰਨੇ ਵੀ ਕੰਸੈਪਟਸ ਹੈ ਸਾਰੇ ਇੱਕ ਐਗਜ਼ਾਮਪਲ ਲੈ ਕੇ ਪੜਾਂਗੇ, ਜਿਵੇਂ ਕਿ ਇਸ 'ਚ ਆਪਾਂ ਐਗਜ਼ਾਮਪਲ ਕੀ ਲਈ ਹੈ? ਟਾਟਾ ਨੈਨੋ। ਹੁਣ ਟਾਟਾ ਨੈਨੋ ਜਿਹੜੀ ਕਾਰ ਹੈ ਉਹ ਸਭ ਤੋਂ ਜ਼ਿਆਦਾ ਕਿਉਂ ਵਿਕ ਰਹੀ ਸੀ? ਕਿਉਂ? ਇੱਕ ਤਾਂ ਉਹ ਚੀਪ ਸੀਗੀ ਤੇ ਈਜ਼ਲੀ ਅਵੇਲੇਬਲ ਸੀਗੀ, ਕਿਉਂਕਿ ਟਾਟਾ ਦੇ ਸ਼ੋਰੂਮ ਅਗਰ ਆਪਾਂ ਦੇਖੀਏ ਤੁਹਾਨੂੰ ਹਰ ਇੱਕ ਸ਼ਹਿਰ ਦੇ ਵਿੱਚ ਮਿਲ ਜੂਗਾ। ਸੋ ਲੋ ਕੋਸਟ ਐਂਡ ਮਾਸ ਪ੍ਰੋਡਕਸ਼ਨ ਦੇ ਕਰਕੇ ਜਿਹੜੀ ਟਾਟਾ ਨੈਨੋ ਸੀ ਉਹ ਕਾਫੀ ਵਿਕ ਰਹੀ ਸੀ। ਸੋ ਹੁਣ ਇਸ ਕੰਸੈਪਟ ਦੇ ਬਾਰੇ ਆਪਾਂ ਪੜ੍ਹਦੇ ਹਾਂ। ਪ੍ਰੋਡਕਸ਼ਨ ਕੰਸੈਪਟ ਲੇ ਇੰਫਾਸਾਈਜ਼ਸ ਔਨ ਅਫੋਰਡੇਬਿਲਿਟੀ ਐਂਡ ਅਵੇਲੇਬਿਲਿਟੀ ਆਫ ਪ੍ਰੋਡਕਟ। ਅਫੋਰਡੇਬਿਲਿਟੀ ਮਤਲਬ ਕੀ ਹੋਇਆ? ਰਿਡਿਊਸਿੰਗ ਕੋਸਟ ਆਫ ਪ੍ਰੋਡਕਸ਼ਨ। ਜਿਹੜੀ ਆਪਣੀ ਪ੍ਰੋਡਕਸ਼ਨ ਦੀ ਕਾਸਟ ਹੈ ਉਹਨੂੰ ਰਿਡਿਊਸ ਕਰਨਾ। ਉਹ ਕਿਵੇਂ ਕਰਾਂਗੇ? ਬਾਏ ਪ੍ਰੋਡਿਊਸਿੰਗ ਲਾਰਜ ਕੁਆਂਟੀਟੀਜ਼। ਇਹ ਤਾਂ ਇੱਕ ਕੰਸੈਪਟ ਬੇਸਿਕ ਜਿਹਾ ਕੰਸੈਪਟ ਹੈ। ਅਗਰ ਆਪਾਂ ਪ੍ਰੋਡਕਸ਼ਨ ਜ਼ਿਆਦਾ ਕਰਾਂਗੇ ਤਾਂ ਜਿਹੜੀ ਆਪਣੀ ਕਾਸਟ ਹੈ ਉਹ ਘੱਟ ਆਊਗੀ। ਸੋ ਇਹ ਤਾਂ ਹੋਇਆ ਅਫੋਰਡੇਬਿਲਿਟੀ। ਨੈਕਸਟ ਪੁਆਇੰਟ ਕੀ ਹੈ? ਅਵੇਲੇਬਿਲਿਟੀ। ਕਿ ਹਰ ਇੱਕ ਪ੍ਰੋਡਕਟ ਨੂੰ ਅਵੇਲੇਬਲ ਕਰਾਉਣਾ ਕਸਟਮਰ ਦੇ ਕੋਲ। ਅਵੇਲੇਬਿਲਿਟੀ ਇਜ਼ ਪੋਸੀਬਲ ਬਾਏ ਮਾਸ ਡਿਸਟ੍ਰੀਬਿਊਸ਼ਨ ਬਾਏ ਮੇਕਿੰਗ ਦਾ ਪ੍ਰੋਡਕਟ ਵਾਈਡਲੀ ਅਵੇਲੇਬਲ। ਕਿ ਆਪਾਂ ਉਹਦੀ ਮਾਸ ਡਿਸਟ੍ਰੀਬਿਊਸ਼ਨ ਕਰਾਂਗੇ ਪ੍ਰੋਡਕਟ ਦੀ। ਮਾਸ ਡਿਸਟ੍ਰੀਬਿਊਸ਼ਨ ਕਿਵੇਂ ਕਰ ਸਕਦੇ ਹਾਂ? ਲਾਰਜ ਸਕੇਲ ਤੇ ਉਹਨੂੰ ਪ੍ਰੋਡਿਊਸ ਕਰਕੇ। ਠੀਕ ਹੈ ਨਾ। ਅਗਰ ਆਪਣੇ ਕੋਲ ਪ੍ਰੋਡਕਟਸ ਬਲਕ ਦੇ ਵਿੱਚ ਪਏ ਆ ਤਾਂ ਆਪਾਂ ਉਹਨੂੰ ਈਜ਼ਲੀ ਅਵੇਲੇਬਲ ਕਰਾ ਸਕਦੇ ਹਾਂ ਨਾ। ਸੋ ਦਿਸ ਫਿਲੋਸਫੀ ਸਟੇਟਸ ਦੈਟ ਐਨੀ ਅਮਾਊਂਟ ਆਫ ਗੁਡਸ ਪ੍ਰੋਡਿਊਸਡ ਵਿਲ ਸੈਲ ਇਫ ਇਟ ਇਜ਼ ਅਵੇਲੇਬਲ ਐਂਡ ਅਫੋਰਡੇਬਲ ਟੂ ਦਾ ਕਸਟਮਰ। ਯਾਨੀ ਕਿ ਜਿਹੜੀ ਕੰਪਨੀ ਹੈ ਉਹ ਕਿਸੇ ਵੀ ਅਮਾਊਂਟ ਦੇ ਪ੍ਰੋਡਕਟਸ ਨੂੰ ਸੈਲ ਕਰ ਸਕਦੀ ਹੈ ਅਗਰ ਉਹਦੇ ਪ੍ਰੋਡਕਟ ਚੀਪ ਨੇ ਐਂਡ ਈਜ਼ਲੀ ਅਵੇਲੇਬਲ ਨੇ। ਸੋ ਇਹ ਦੋ ਵਰਡ ਯਾਦ ਰੱਖਣੇ ਆ ਤੁਹਾਨੂੰ ਪ੍ਰੋਡਕਸ਼ਨ ਕੰਸੈਪਟ ਦੇ ਵਿੱਚ ਕਿ ਪ੍ਰੋਡਕਟ ਇੱਕ ਚੀਪ ਤੇ ਅਵੇਲੇਬਲ ਹੋਵੇ। ਇਸ ਦਾ ਮਤਲਬ ਕੀ ਹੈ? ਪ੍ਰੋਡਕਸ਼ਨ ਕੰਸੈਪਟ। ਇਹਦੀ ਐਗਜ਼ਾਮਪਲ ਤੁਹਾਨੂੰ ਕੀ ਯਾਦ ਰੱਖਣੀ ਹੈ? ਟਾਟਾ ਨੈਨੋ। ਨੈਕਸਟ ਕੰਸੈਪਟ ਕੀ ਆਉਂਦਾ? ਪ੍ਰੋਡਕਟ ਕੰਸੈਪਟ। ਹੁਣ ਪ੍ਰੋਡਕਟ ਤੁਹਾਨੂੰ ਮੈਂ ਦੱਸਿਆ ਸੀ ਨਾਮ ਤੋਂ ਹੀ ਪਤਾ ਲੱਗ ਰਿਹਾ ਕੰਜ਼ਿਊਮਰ ਵਿਲ ਫੇਵਰ ਕੁਆਲਿਟੀ ਪ੍ਰੋਡਕਟ ਦੈਨ ਚੀਪ ਐਂਡ ਅਵੇਲੇਬਲ। ਇਹ ਬਿਲਕੁਲ ਓਪੋਜ਼ਿਟ ਹੋ ਗਿਆ ਪ੍ਰੋਡਕਸ਼ਨ ਕੰਸੈਪਟ ਦੇ, ਕਿਉਂਕਿ ਪ੍ਰੋਡਕਸ਼ਨ 'ਚ ਆਪਾਂ ਚੀਪ ਐਂਡ ਅਵੇਲੇਬਲ ਦੇ ਉੱਪਰ ਧਿਆਨ ਦੇ ਰਹੇ ਸੀ, ਬਟ ਇਸ ਕੰਪਨੀ ਕੀ ਕਹਿੰਦੀ ਹੈ ਕਿ ਆਪਾਂ ਨੇ ਕੁਆਲਿਟੀ ਦੇ ਉੱਪਰ ਧਿਆਨ ਦੇਣਾ ਹੈ। ਅਗਰ ਆਪਣਾ ਪ੍ਰੋਡਕਟ ਹੈ ਜਿਹੜਾ ਉਹ ਕੁਆਲਿਟੀ ਵਾਈਜ਼ ਅੱਛਾ ਹੋਊਗਾ ਤਾਂ ਕਸਟਮਰ ਆਪ ਭੱਜੂਗਾ ਉਹਨੂੰ ਲੈਣ ਲਈ, ਉਹਨੇ ਕਾਸਟ ਵਗੈਰਾ ਨਹੀਂ ਦੇਖਣੀ। ਇਹਦੀ ਐਗਜ਼ਾਮਪਲ ਆਪਾਂ ਕੀ ਲਿੱਤੀ ਹੈ? ਟਾਟਾ ਹੈਰੀਅਰ। ਹੁਣ ਦੇਖੋ ਟਾਟਾ ਹੈਰੀਅਰ ਹੈ, ਆਪਾਂ ਜਦੋਂ ਵੀ ਗੱਲ ਕਰਦੇ ਹਾਂ ਕਿ ਯਾਰ ਆਪਣੇ ਕੋਈ ਕਾਰ ਲੈਣੀ ਹੈ ਕਿ ਕਾਫੀ ਅੱਛੀ ਬਿਲਡ ਕੁਆਲਿਟੀ ਹੋਵੇ ਕਿ ਕੁਛ ਨਾ ਹੋਵੇ, ਤਾਂ ਆਪਣੇ ਦਿਮਾਗ 'ਚ ਪਹਿਲੀ ਕੀ ਆਉਂਦਾ ਕਿ ਟਾਟਾ ਦੀ ਜਿਹੜੀ ਗੱਡੀਆਂ ਹੁੰਦੀਆਂ ਨੇ ਉਹ ਬਹੁਤ ਹੀ ਬਿਲਡ ਕੁਆਲਿਟੀ ਉਹਨਾਂ ਦੀ ਸੋਲਿਡ ਹੁੰਦੀ ਹੈ। ਤਾਂ ਉਹਨਾਂ ਨੇ ਕਿਹੜੀ ਗੱਡੀ ਆਪਣੀ ਬਣਾਈ ਸੀ? ਬਹੁਤ ਖਤਰਨਾਕ ਜਿਹੜੀ ਬਣਾਈ ਹੈ ਟਾਟਾ ਹੈਰੀਅਰ, ਜੋ ਕਿ ਇੱਕ ਬਹੁਤ ਹੀ ਬਲਕੀ ਕਾਰ ਹੈ। ਕੁਆਲਿਟੀ ਪ੍ਰੋਡਕਟ ਇਰਰਿਸਪੈਕਟਿਵ ਆਫ ਇਟਸ ਕਾਸਟ। ਯਾਨੀ ਕਿ ਉਹਨਾਂ ਨੇ ਇੱਕ ਕੁਆਲਿਟੀ ਪ੍ਰੋਡਕਟ ਬਣਾਇਆ, ਉਹਨਾਂ ਨੇ ਕਾਸਟ ਦਾ ਧਿਆਨ ਨਹੀਂ ਦਿੱਤਾ ਤਾਂ ਵੀ ਉਹ ਵਿਕ ਰਹੀ ਹੈ। ਕਿਉਂਕਿ ਇਹ ਗੱਡੀ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਆਈ ਥਿੰਕ 25 ਲੱਖ ਦੇ ਨੀਅਰ ਅਬਾਊਟ ਮਿਲਦੀ ਹੈ। ਇਟ ਬਿਲੀਵਸ ਇਨ ਦਾ ਆਈਡੀਓਲੋਜੀ ਦੈਟ ਗੁੱਡ ਪ੍ਰੋਡਕਟ ਵਿਲ ਸੈਲ ਇਟਸੈਲਫ। ਜਿਹੜਾ ਗੁੱਡ ਪ੍ਰੋਡਕਟ ਹੈ ਉਹਨੂੰ ਵੇਚਣ ਦੀ ਆਪਾਂ ਨੂੰ ਕੋਈ ਐਫਰਟ ਨਹੀਂ ਕਰਨੇ ਪੈਂਦੇ, ਉਹ ਖੁਦ ਬ ਖੁਦ ਵਿਕ ਜਾਂਦੇ ਨੇ। ਸੈਕਿੰਡ ਪੁਆਇੰਟ ਕੀ ਕਹਿੰਦਾ? ਇਹ ਗੁੱਡ ਪ੍ਰੋਡਕਟ ਬੈਕਡ ਬਾਈ ਰਾਈਟ ਪ੍ਰਾਈਸ ਐਂਡ ਪ੍ਰੋਪਰ ਡਿਸਟ੍ਰੀਬਿਊਸ਼ਨ ਐਂਡ ਪ੍ਰਮੋਸ਼ਨ will sell in the market and need not to be low priced। ਕਿ ਜਿਹੜਾ ਇੱਕ ਗੁੱਡ ਕੁਆਲਿਟੀ ਪ੍ਰੋਡਕਟ ਹੋਊਗਾ ਉਹਦੀ ਅਗਰ ਆਪਾਂ ਡਿਸਟ੍ਰੀਬਿਊਸ਼ਨ ਐਂਡ ਪ੍ਰਮੋਸ਼ਨ ਪ੍ਰੋਪਰ ਰੱਖੀਏ ਤਾਂ ਆਪਾਂ ਨੂੰ ਉਹਦਾ ਪ੍ਰਾਈਸ ਹੈ ਜਿਹੜਾ ਉਹ ਡਾਊਨ ਕਰਨ ਦੀ ਲੋੜ ਨਹੀਂ, ਉਹ ਆਪਾਂ ਜਿਹੜੇ ਪ੍ਰਾਈਸ ਤੇ ਲਾਂਚ ਕਰਾਂਗੇ ਉਹ ਆਪਣੇ ਆਪ ਹੀ ਵਿਕੂਗਾ। ਪ੍ਰੋਡਕਟ ਇੰਪਰੂਵਮੈਂਟ ਬਿਕੇਮ ਦਾ ਕੀ ਟੂ ਪ੍ਰੋਫਿਟ ਮੈਕਸਿਮਾਈਜੇਸ਼ਨ ਫॉर ਦਾ ਫਰਮਸ ਇਨ ਦਾ ਪ੍ਰੋਡਕਟ ਕੰਸੈਪਟ। ਸੋ ਪ੍ਰੋਡਕਟ ਕੰਸੈਪਟ ਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਕੰਸੈਪਟ ਇੱਕ ਹੋਰ ਕੀ ਹੈ? ਪ੍ਰੋਡਕਟ ਇੰਪਰੂਵਮੈਂਟ। ਆਪਾਂ ਨੂੰ ਟਾਈਮਲੀ ਜਿਹੜਾ ਪ੍ਰੋਡਕਟ ਹੈ ਉਹਦੇ ਵਿੱਚ ਇੰਪਰੂਵਮੈਂਟ ਲਿਆਉਣੀ ਪਊਗੀ ਤਾਂ ਕਿ ਜਿਹੜੇ ਕਸਟਮਰ ਹੈ ਉਹਨੂੰ ਟਾਈਮਲੀ ਖਰੀਦਦੇ ਰਹਿਣ ਤੇ ਜਿਹੜੇ ਜਿੰਨੀ ਵੀ ਕੰਪਨੀਜ਼ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਆਪਣਾ ਵਧਾਉਣ ਉਸ ਪ੍ਰੋਡਕਟ ਨੂੰ ਵੇਚ ਕੇ। ਸੋ ਪ੍ਰੋਡਕਟ ਇੰਪਰੂਵਮੈਂਟ ਕੀ ਹੈ? ਇੱਕ ਇਹ ਕੀ ਪੁਆਇੰਟ ਹੈ ਪ੍ਰੋਡਕਟ ਕੰਸੈਪਟ ਦਾ। This concept is based on the philosophy that customer will prefer products better quality, performance and features। ਕਿ ਜਿਹੜੇ ਕਸਟਮਰਸ ਹੈ ਉਹ ਪ੍ਰੋਡਕਟ ਨੂੰ ਚੂਜ਼ ਕਰਦੇ ਆ on the basis of better quality, performance and features ਦੇ। ਆਈ ਹੋਪ ਤੁਹਾਨੂੰ ਇਹ ਕੰਸੈਪਟ ਕਲੀਅਰ ਹੋ ਗਿਆ ਹੋਊਗਾ। ਨੈਕਸਟ ਕੰਸੈਪਟ ਦੇਖਦੇ ਹਾਂ। ਨੈਕਸਟ ਕੰਸੈਪਟ ਆਉਂਦਾ ਸੈਲਿੰਗ ਕੰਸੈਪਟ। ਸੈਲਿੰਗ ਹੁਣ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਵੇਚਣ ਤੇ ਧਿਆਨ ਦੇਣਾ। Consumer will not buy enough of the firm's product unless it undertakes a large scale selling and promotion effect।
ਇਸ ਦਾ ਮਤਲਬ ਕੀ ਹੈ, ਜਿਹੜੇ ਕਸਟਮਰਸ ਹੈ ਉਹ ਪ੍ਰੋਡਕਟ ਨੂੰ ਆਪ ਨਹੀਂ ਖਰੀਦਦੇ, ਆਪਾਂ ਨੂੰ ਉਹਨਾਂ ਨੂੰ ਵੇਚਣਾ ਪਊਗਾ। ਮਾਰਕੀਟ ਦੇ ਵਿੱਚ ਆਪਣੇ ਬੰਦੇ ਛੱਡ ਕੇ ਕਸਟਮਰਸ ਦੇ ਪਿੱਛੇ ਪੈ ਕੇ ਆਪਣਾ ਪ੍ਰੋਡਕਟਸ ਵੇਚਣਾ ਪਊਗਾ, ਉਹਨਾਂ ਨੂੰ ਇੱਕ ਆਫਰ ਦੇਣਾ ਪਊਗਾ, ਬਾਕੀ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਸ਼ਨ ਕਰਨੀ ਪਊ, ਐਡਵਰਟਾਈਜ਼ਮੈਂਟ ਕਰਨੀ ਪਊਗੀ, ਤਾਂ ਹੀ ਆਪਣਾ ਜਿਹੜਾ ਪ੍ਰੋਡਕਟ ਹੈ ਵਿਕ ਸਕਦਾ ਹੈ। ਇਸ 'ਚ ਆਪਣੇ ਐਗਜ਼ਾਮਪਲ ਕੀ ਦਿੱਤੀ ਹੈ, ਮਾਰੂਤੀ ਸਵਿਫਟ। ਹੁਣ ਅਗਰ ਤੁਸੀਂ ਦੇਖੋਗੇ ਟੀਵੀ ਦੇ ਉੱਪਰ ਵੀ ਜਾਂ ਜਗ੍ਹਾ ਜਗ੍ਹਾ ਤੇ ਤੁਸੀਂ ਦੇਖੋਗੇ, ਨਿਊਜ਼ਪੇਪਰ ਦੇਖ ਲਓ, ਸਭ ਤੋਂ ਜ਼ਿਆਦਾ ਜਿਹੜੇ ਮਾਰੂਤੀ ਵਾਲੇ ਉਹ ਆਪਣੀ ਕਾਰ ਦੀ ਐਡਵਰਟਾਈਜ਼ਮੈਂਟ ਕਰਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਗੱਡੀ ਹੈ ਉਹ ਸੈਲਿੰਗ ਕੰਸੈਪਟ ਦੇ ਉੱਪਰ ਵਿਕ ਸਕਦੀ ਹੈ। ਬਿਕੋਜ਼ ਆਫ ਅਗਰ ਆਪਾਂ ਕੁਆਲਿਟੀ ਵਾਈਜ਼ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਮਾਰੂਤੀ ਨੇ ਆਪਣੀ ਗੱਡੀਆਂ ਦੀ ਜਿਹੜੀ ਕੁਆਲਿਟੀ ਹੈ ਘਟਾਤੀ ਹੈ, ਜਿਸ ਕਰਕੇ ਸੈਲਿੰਗ ਕੰਸੈਪਟ ਦੇ ਉੱਪਰ ਜ਼ਿਆਦਾ ਧਿਆਨ ਦੇ ਰਹੇ ਨੇ। ਉਹ ਦੇਖ ਲਓ, ਤੁਸੀਂ ਮਾਰੂਤੀ ਦੀ ਅਗਰ ਕੋਈ ਕਾਰ ਲੈਣ ਜਾਓਗੇ ਤਾਂ ਤੁਹਾਨੂੰ ਮਾਰਕੀਟ ਦੇ ਵਿੱਚ ਇਹਦੇ ਰਿਲੇਟਿਡ ਇੰਨੇ ਆਫਰ ਮਿਲ ਜਾਣਗੇ। ਬਾਕੀ ਅਗਰ ਤੁਸੀਂ ਇੱਕ ਵਾਰ ਇਹਨਾਂ ਦੇ ਸ਼ੋਰੂਮ ਵਿਜ਼ਿਟ ਕਰ ਲਓਗੇ, ਇਹਨਾਂ ਦੇ ਜਿੰਨੇ ਵੀ ਤੁਹਾਨੂੰ ਸੇਲਸ ਏਜੰਟ ਹੈ ਉਹ ਤੁਹਾਨੂੰ ਬਾਰ-ਬਾਰ ਫੋਨ ਕਰਕੇ ਵੀ ਤੰਗ ਕਰਦੇ ਰਹਿਣਗੇ ਕਿ ਸਰ ਤੁਹਾਡੇ ਲਈ ਇਹ ਆਫਰ ਹੈ ਕਿ ਤੁਸੀਂ ਆ ਕੇ ਲਓ। ਉਹ ਸਾਰਾ ਕੀ ਹੈ, ਸੈਲਿੰਗ ਕੰਸੈਪਟ। ਐਨੀਥਿੰਗ ਐਂਡ ਐਵਰੀਥਿੰਗ ਕੈਨ ਬੀ ਸੋਲਡ, ਕਿ ਸਾਰਾ ਕੁਝ ਅਸੀਂ ਵੇਚ ਸਕਦੇ ਹਾਂ। ਹੁਣ ਦੇਖਦੇ ਹਾਂ ਕੀ ਕਹਿੰਦਾ ਕੰਸੈਪਟ। ਦ ਸੈਲਿੰਗ ਕੰਸੈਪਟ ਬਿਲੀਵਸ that consumer will not buy enough of the company's product unless it undertakes pressure selling tactics and heavy promotion effects। ਇਹ ਤਾਂ ਉਹੀ ਗੱਲ ਹੈ ਜੋ ਆਪਾਂ ਨੇ ਪਹਿਲਾਂ ਪੜ੍ਹੀ ਹੈ। They follow this concept to sell what they make without caring of the customer's needs or satisfaction। ਇਹ ਪੁਆਇੰਟ ਕੀ ਕਹਿੰਦਾ ਹੈ ਕਿ ਜੋ ਵੀ ਤੁਹਾਨੇ ਚੀਜ਼ ਬਣਾਈ ਹੈ ਉਹਨੂੰ ਬਸ ਵੇਚ ਦਿਓ, ਤੁਹਾਨੇ ਕਸਟਮਰ ਦੀ ਨੀਡ ਨਹੀਂ ਦੇਖਣੀ ਹੈਗੀ, ਤੁਹਾਨੇ ਬਸ ਕੰਪਨੀ ਦੀ ਨੀਡ ਦੇਖਣੀ ਹੈ ਕਿ ਕੰਪਨੀ ਨੇ ਕਿਹੜਾ ਪ੍ਰੋਡਕਟ ਵੇਚਣਾ ਹੈ। So organization should undertake selling and promotion of the product for the success। So ਜਿਹੜੀ organization ਹੈ ਉਹ selling and promotion ਦੇ ਥਰੂ ਆਪਣੇ ਪ੍ਰੋਡਕਟ ਦੀ ਸਕਸੈਸ ਹਾਸਿਲ ਕਰਦੇ ਆ, ਜਿਸ ਨਾਲ ਉਹਨਾਂ ਦੀ ਸੇਲ ਇਨਕਰੀਜ਼ ਹੁੰਦੀ ਹੈ। ਸੋ ਕਿਹਦੇ ਥਰੂ ਕਰਦੇ ਆ ਸੇਲ ਆਪਣੀ ਇਨਕਰੀਜ਼? ਉਹ selling and promotion ਦੇ ਥਰੂ। Therefore selling is the act of influencing a customer। So selling concept ਕੀ ਹੈ? ਇਨਫਲੂਐਂਸ ਕਰਨਾ ਕਸਟਮਰ ਨੂੰ to buy a product or service। Business had to concentrate on the ways of selling their product। ਸੋ ਇਸ 'ਚ ਕੀ ਹੈ, ਜਿਹੜੇ ਬਿਜ਼ਨਸ ਹੈ ਉਹਨਾਂ ਨੂੰ ਕਿਹਨਾਂ ਦੇ ਉੱਪਰ ਕੰਸਨਟਰੇਟ ਕਰਨਾ ਪੈਂਦਾ ਹੈ, ਕਿਸ ਹਿਸਾਬ ਨਾਲ ਉਹ ਆਪਣੇ ਜਿਹੜੇ ਪ੍ਰੋਡਕਟਸ ਹੈ ਮਾਰਕੀਟ ਦੇ ਵਿੱਚ ਵੇਚ ਸਕਦੇ ਹਨ। ਸੋ ਜਿਹੜੇ ਪੂਰਾ ਕੰਸੈਪਟ ਹੈ ਇਹ ਇੱਕ ਸੈਲਰ ਬੇਸ ਕੰਸੈਪਟ ਹੋਇਆ, ਯਾਨੀ ਕਿ ਜੋ ਵੀ ਸੈਲਰ ਕੋਲ ਚੀਜ਼ ਪਈ ਹੈ ਉਹਨੂੰ ਮਾਰਕੀਟ 'ਚ ਉਹਨੇ ਵੇਚਣਾ ਹੈ ਕਿਸੇ ਵੀ ਹਾਲਤ ਦੇ ਵਿੱਚ। ਨੈਕਸਟ ਦੇਖਦੇ ਹਾਂ। ਨੈਕਸਟ ਆਉਂਦਾ ਮਾਰਕੀਟਿੰਗ ਕੰਸੈਪਟ। ਹੁਣ ਮਾਰਕੀਟਿੰਗ ਕੰਸੈਪਟ ਹੈ ਇਹ ਬਿਲਕੁਲ ਸੈਲਿੰਗ ਕੰਸੈਪਟ ਦਾ ਓਪੋਜ਼ਿਟ ਕੰਸੈਪਟ ਹੈ, ਕਿਉਂਕਿ ਸੈਲਿੰਗ ਕੰਸੈਪਟ ਦੇ ਵਿੱਚ ਕਸਟਮਰ ਦੀ ਨੀਡ ਵਗੈਰਾ ਨਹੀਂ ਦੇਖੀ ਜਾਂਦੀ, ਉਸ 'ਚ ਸਿਰਫ ਸੈਲਰ ਆਪਣੇ ਕੋਲ ਪ੍ਰੋਡਕਟ ਦੇਖਦਾ ਕੀ ਪਿਆ। ਸੋ ਮਾਰਕੀਟਿੰਗ ਕੰਸੈਪਟ ਦਾ ਮਤਲਬ ਕੀ ਹੈ? ਅੰਡਰਸਟੈਂਡ ਕੰਜ਼ਿਊਮਰਸ ਨੀਡ ਐਂਡ ਡਿਲੀਵਰ ਸੈਟਿਸਫੈਕਸ਼ਨ ਬੈਟਰ ਦੈਨ ਕੰਪੀਟੀਟਰਸ। ਸੋ ਇਸ 'ਚ ਕੀ ਹੈ ਕਿ ਕੰਜ਼ਿਊਮਰ ਨੂੰ ਉਹਦੀ ਨੀਡ ਦੇ ਹਿਸਾਬ ਨਾਲ ਉਹਨੂੰ ਪ੍ਰੋਡਕਟ ਦੇਣਾ ਤਾਂ ਕਿ ਉਹ ਫੁੱਲੀ ਸੈਟਿਸਫਾਈ ਹੋ ਜਾਏ। ਸੋ ਇਸ ਦੀ ਐਗਜ਼ਾਮਪਲ ਆਪਾਂ ਕੀ ਲੈ ਸਕਦੇ ਹਾਂ? ਹਿਊਂਡਾਈ ਦੀ ਕ੍ਰੇਟਾ। ਹੁਣ ਜਿਹੜੀ ਕ੍ਰੇਟਾ ਕਾਰ ਹੈ ਤੁਸੀਂ ਦੇਖੋਗੇ ਸਭ ਤੋਂ ਜ਼ਿਆਦਾ ਹੌਟ ਸੈਲਿੰਗ ਕਾਰ ਹੈ। ਇਹਦੀ ਆਈ ਥਿੰਕ ਵੇਟਿੰਗ ਪੀਰੀਅਡ ਵੀ ਹੁਣ ਜੋ 4-4 5-5 ਮੰਥ ਚੱਲ ਰਹੀ ਹੈ, ਠੀਕ ਹੈ ਨਾ। ਕਿਉਂ? ਹਿਊਂਡਾਈ ਨੇ ਕੀ ਕੀਤਾ, ਉਹਨਾਂ ਨੇ ਸਭ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਸਰਵੇ ਕੀਤਾ ਕਿ ਕਸਟਮਰ ਨੂੰ ਅੱਜ ਕੱਲ੍ਹ ਕੈਸੀ ਕਾਰ ਪਸੰਦ ਹੈ, ਕੀ ਫੀਚਰਸ ਚਾਹੀਦੇ ਨੇ, ਠੀਕ ਹੈ। ਤਾਂ ਉਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਗੱਡੀ ਤਿਆਰ ਕੀਤੀ ਸੀ ਕ੍ਰੇਟਾ, ਜੋ ਕਿ 2-3 ਸਾਲਾਂ ਤੋਂ ਕਾਫੀ ਜ਼ਿਆਦਾ ਵਿਕ ਰਹੀ ਹੈ। ਸੋ ਇਸ 'ਚ ਆਪਾਂ ਦੇਖਦੇ ਹਾਂ ਕਿ ਕੀ ਕੰਸੈਪਟ ਹੁੰਦਾ ਹੈ। ਇਸ 'ਚ ਵੈਸੇ ਬੇਸਿਕਲੀ ਜੋ ਫੋਲੋ ਕੀਤਾ ਜਾਂਦਾ ਕੰਸੈਪਟ ਉਹ ਹੈਗਾ ਕਸਟਮਰ ਇਜ਼ ਕਿੰਗ। ਜਿਹੜਾ ਕਸਟਮਰ ਹੈ ਉਹੀ ਮਾਰਕੀਟ ਦਾ ਕਿੰਗ ਹੈ। ਸੋ ਕਿੰਗ ਹੈ ਯਾਨੀ ਕਿ ਕਿੰਗ ਨੂੰ ਜੋ ਚੀਜ਼ ਚਾਹੀਦੀ ਹੈ ਆਪਾਂ ਨੂੰ ਉਹੀ ਚੀਜ਼ ਉਹਨੂੰ ਡਿਲੀਵਰ ਕਰਨੀ ਪਊਗੀ। ਮਾਰਕੀਟਿੰਗ ਸਟਾਰਟਸ ਬਿਫੋਰ ਦਾ ਪ੍ਰੋਡਕਟ ਐਂਡ ਸਰਵਿਸਿਜ਼ ਔਰ ਸੋਲਿਊਸ਼ਨ ਇਜ਼ ਰੈਡੀ ਐਂਡ ਕੰਟੀਨਿਊਜ਼ ਈਵਨ ਆਫਟਰ ਦਾ ਸੇਲ ਹੈਜ਼ ਬੀਨ ਮੇਡ। ਸੋ ਇਹ ਤਾਂ ਆਪਾਂ ਨੇ ਫਸਟ ਲੈਕਚਰ 'ਚ ਵੀ ਪੜ੍ਹਿਆ ਸੀ ਕਿ ਮਾਰਕੀਟਿੰਗ ਹੈ ਉਹ ਪ੍ਰੋਡਕਸ਼ਨ ਤੋਂ ਪਹਿਲਾਂ ਹੀ ਸਟਾਰਟ ਹੋ ਜਾਂਦੀ ਹੈ ਤੇ ਆਫਟਰ ਸੇਲ ਤੋਂ ਬਾਅਦ ਵੀ ਉਹ ਚੱਲਦੀ ਰਹਿੰਦੀ ਹੈ। ਕਸਟਮਰ ਸੈਟਿਸਫੈਕਸ਼ਨ ਇਜ਼ ਦਾ ਸਟਰੋਂਗੈਸਟ ਪਿਲਰ ਆਫ ਮਾਰਕੀਟਿੰਗ ਵੇਅਰ ਕੰਪਨੀ ਅਸ਼ੋਰਸ ਦੈਟ ਕਸਟਮਰਸ ਆਰ ਸੈਟਿਸਫਾਈਡ ਆਫਟਰ ਬਾਇੰਗ ਏ ਪ੍ਰੋਡਕਟ ਔਰ ਸਰਵਿਸ। ਸੋ ਕਸਟਮਰ ਸੈਟਿਸਫੈਕਸ਼ਨ, ਇਹ ਵਰਡ ਨੂੰ ਤੁਹਾਨੂੰ ਧਿਆਨ ਦੇਣਾ ਹੈ ਜਦੋਂ ਆਪਾਂ ਨੇ ਮਾਰਕੀਟਿੰਗ ਕੰਸੈਪਟ ਪੜ੍ਹਨਾ ਹੈ। ਜਿਹੜੀ ਕਸਟਮਰ ਸੈਟਿਸਫੈਕਸ਼ਨ ਹੈ ਉਹ ਸਭ ਤੋਂ ਸਟਰੋਂਗੈਸਟ ਪਿਲਰ ਹੈ ਮਾਰਕੀਟਿੰਗ ਦਾ। ਅਗਰ ਕਸਟਮਰ ਸੈਟਿਸਫਾਈ ਹੋਊਗਾ ਦੁਬਾਰ ਤੋਂ ਤਾਂ ਹੀ ਉਹ ਤੁਹਾਡਾ ਪ੍ਰੋਡਕਟ ਖਰੀਦੂਗਾ। ਵੇਅਰ ਦਾ ਕੰਪਨੀ ਇੰਸ਼ੋਰਸ ਦੈਟ ਕਸਟਮਰਸ ਆਰ ਸੈਟਿਸਫਾਈ ਆਫਟਰ ਬਾਇੰਗ ਏ ਪ੍ਰੋਡਕਟ। ਜਿਸ ਕੰਪਨੀ ਇੰਸ਼ੋਰ ਕਰਦੀ ਹੈ ਕਿ ਜਿਹੜਾ ਕਸਟਮਰ ਹੈ ਉਹ ਸੈਟਿਸਫਾਈ ਹੈ ਸਾਡਾ ਪ੍ਰੋਡਕਟ ਖਰੀਦਣ ਤੋਂ ਬਾਅਦ। ਥਰਡ ਪੁਆਇੰਟ ਕੀ ਹੈ? ਦਿਸ ਇਜ਼ ਏ ਕਸਟਮਰ ਸੈਂਟਰਿਕ ਅਪਰੋਚ ਰੈਦਰ ਦੈਨ ਪ੍ਰੋਡਕਟ ਸੈਂਟਰਿਕ ਅਪਰੋਚ। ਵੈਰੀ ਇੰਪੋਰਟੈਂਟ ਹੈ ਇਹ, ਬਿਕੋਜ਼ ਇਹ ਕੁਐਸਚਨ ਕਾਫੀ ਵਾਰ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਮਾਰਕੀਟਿੰਗ ਕੰਸੈਪਟ ਹੈ ਉਹ ਕਿਹੜੀ ਸੈਂਟਰਿਕ ਅਪਰੋਚ ਯੂਜ਼ ਕਰਦਾ ਹੈ? ਕਸਟਮਰ ਸੈਂਟਰਿਕ ਅਪਰੋਚ ਯੂਜ਼ ਕਰਦਾ ਹੈ। ਬਾਕੀ ਆਪਾਂ ਨੇ ਹਜੇ ਤੱਕ ਜਿੰਨੇ ਵੀ ਕੰਸੈਪਟ ਪੜ੍ਹੇ ਨੇ ਉਹ ਸਾਰੇ ਕਿਹੜੇ ਸੀਗੇ? ਪ੍ਰੋਡਕਟ ਸੈਂਟਰਿਕ ਸੀਗੇ, ਕਿ ਉਹ ਪ੍ਰੋਡਕਟ ਦੇ ਉੱਪਰ ਧਿਆਨ ਦਿੰਦੇ ਨੇ। ਲੇਕਿਨ ਜਿਹੜਾ ਇਹ ਵਾਲਾ ਕੰਸੈਪਟ ਹੈ ਕਿਹਦੇ ਉੱਪਰ ਧਿਆਨ ਦਿੰਦਾ? ਇੰਟਾਇਰਲੀ ਕਸਟਮਰ ਦੇ ਉੱਪਰ। The marketing concept believes that achieving the company's objective depend upon
understanding the needs and want of the target markets and delivering the desired satisfaction। target markets ਦਾ ਮਤਲਬ ਕੀ ਹੈ ਕਸਟਮਰਸ ਨੂੰ। ਸੋ ਕੰਪਨੀ ਦੇ ਆਬਜੈਕਟਿਵਸ ਉਹਦੇ ਉੱਪਰ ਡਿਪੈਂਡ ਕਰਦੇ ਆ ਕਿ ਅਗਰ ਆਪਾਂ ਨੀਡ ਐਂਡ ਵਾਂਟ ਆਫ ਟਾਰਗੇਟ ਮਾਰਕੀਟਸ ਐਂਡ ਡਿਲੀਵਰਿੰਗ ਦਾ ਡਿਜ਼ਾਇਰ ਰਿਜ਼ਲਟਸ, ਕਿ ਆਪਾਂ ਨੀਡ ਐਂਡ ਵਾਂਟ ਜਿਹੜੀ ਹੈ ਟਾਰਗੇਟ ਮਾਰਕੀਟਸ ਦੀ ਉਹ ਅੱਛੇ ਤਰੀਕੇ ਨਾਲ ਸਟੱਡੀ ਕਰੀਏ ਤੇ ਉਹਨਾਂ ਨੂੰ ਇੱਕ ਡਿਜ਼ਾਇਰਡ ਆਪਾਂ ਸੈਟੀਸਫੈਕਸ਼ਨ ਪ੍ਰੋਵਾਈਡ ਕਰ ਸਕੀਏ। ਸੋ ਮਾਰਕੀਟਿੰਗ ਕੰਸੈਪਟ ਦੇ ਉੱਪਰ ਜਿਹੜੀ ਕੰਪਨੀਜ਼ ਹੈ ਉਹ ਸਭ ਤੋਂ ਜ਼ਿਆਦਾ ਆਪਣਾ ਐਕਸਪੈਂਡੀਚਰ ਕਿਹਦੇ ਉੱਪਰ ਕਰਦੀਆਂ, ਰਿਸਰਚ ਦੇ ਉੱਪਰ। ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਰਿਸਰਚ ਕਰੋਗੇ ਅੱਛੇ ਤਰੀਕੇ ਨਾਲ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਨਾ ਕਿ ਕਸਟਮਰ ਕੀ ਚਾਹੁੰਦਾ ਹੈ। ਸੋ ਨੈਕਸਟ ਕੰਸੈਪਟ ਦੇਖਣ ਤੋਂ ਪਹਿਲਾਂ ਆਪਾਂ ਸੈਲਿੰਗ ਤੇ ਮਾਰਕੀਟਿੰਗ ਕੰਸੈਪਟ ਦਾ ਡਿਫਰੈਂਸ ਦੇਖ ਲੈਂਦੇ ਹਾਂ। ਸੋ ਸੈਲਿੰਗ ਕੰਸੈਪਟ ਸੀਗਾ, ਉਹਦਾ ਜਿਹੜਾ ਸਟਾਰਟਿੰਗ ਪੁਆਇੰਟ ਹੁੰਦਾ ਉਹ ਕੀ ਹੁੰਦਾ, ਫੈਕਟਰੀ। ਠੀਕ ਹੈ, ਉਹ ਫੋਕਸ ਕਿਹਦੇ ਉੱਪਰ ਕਰਦੇ ਆ, ਜੋ ਉਹਨਾਂ ਕੋਲ ਪ੍ਰੋਡਕਟ ਆਲਰੇਡੀ ਬਣਿਆ ਹੋਇਆ ਹੈ। ਯਾਨੀ ਕਿ ਉਹ ਅਗਰ ਮਾਰਕੀਟਿੰਗ ਕਰਦੇ ਆ ਤਾਂ ਸਭ ਤੋਂ ਜ਼ਿਆਦਾ ਕਿਹੜੀ ਐਕਟੀਵਿਟੀਜ਼ ਦੇ ਉੱਪਰ ਜ਼ੋਰ ਦਿੰਦੇ ਆ, ਸੈਲਿੰਗ ਐਂਡ ਪ੍ਰਮੋਟਿੰਗ। ਕਿ ਸੈਲਿੰਗ ਕਰੋ ਦੱਬ ਕੇ ਤੇ ਪ੍ਰਮੋਸ਼ਨ ਕਰੋ ਤਾਂ ਕਿ ਪ੍ਰੋਡਕਟ ਹੈ ਜਿਹੜਾ ਸਾਡਾ ਵਿਕ ਸਕੇ। ਤੇ ਐਂਡ ਰਿਜ਼ਲਟ ਕੀ ਹੁੰਦਾ, ਪ੍ਰੋਫਿਟ ਥਰੂ ਸੇਲਸ ਵੋਲਿਊਮ। ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀ ਸੇਲ ਨੂੰ ਇਨਕਰੀਜ਼ ਕਰਕੇ ਪ੍ਰੋਫਿਟ ਕਮਾਉਂਦੇ ਆ। ਤੇ ਜਿਹੜਾ ਮਾਰਕੀਟਿੰਗ ਕੰਸੈਪਟ ਹੈ ਇਹ ਸ਼ੁਰੂ ਕਿੱਥੋਂ ਹੁੰਦਾ, ਮਾਰਕੀਟ ਤੋਂ। ਕਿਉਂ, ਆਪਾਂ ਸਭ ਤੋਂ ਪਹਿਲਾਂ ਰਿਸਰਚ ਕਰਦੇ ਆ, ਫਿਰ ਕਿਹਦੇ ਉੱਪਰ ਆਪਾਂ ਫੋਕਸ ਕਰਦੇ ਹਾਂ, ਕਸਟਮਰ ਦੀ ਨੀਡਸ, ਕਿ ਕਸਟਮਰ ਨੂੰ ਕੀ ਚੀਜ਼ ਚਾਹੀਦੀ ਹੈ, ਫਿਰ ਉਸ ਹਿਸਾਬ ਨਾਲ ਆਪਾਂ ਪ੍ਰੋਡਕਟ ਨੂੰ ਡਿਵੈਲਪ ਕਰਦੇ ਹਾਂ। ਫਿਰ ਉਸ ਤੋਂ ਬਾਅਦ ਕੀ ਹੈ, ਇੰਟੀਗ੍ਰੇਟਿਡ ਮਾਰਕੀਟਿੰਗ। ਯਾਨੀ ਕਿ ਜਿੰਨੀ ਵੀ ਮਾਰਕੀਟਿੰਗ ਦੀ ਐਕਟੀਵਿਟੀਜ਼ ਹੈ, ਬ੍ਰਾਂਡਿੰਗ, ਐਡਵਰਟਾਈਜ਼ਿੰਗ, ਸੈਲਿੰਗ, ਪ੍ਰਮੋਟਿੰਗ, ਸਾਰਿਆਂ ਦੇ ਉੱਪਰ ਆਪਾਂ ਇਕੁਅਲੀ ਫੋਕਸ ਕਰਦੇ ਹਾਂ, ਇਕੁਅਲੀ ਜ਼ੋਰ ਪਾਉਂਦੇ ਹਾਂ, ਉਹਨਾਂ ਨੂੰ ਇੰਟੀਗ੍ਰੇਟ ਕਰਦੇ ਹਾਂ ਤਾਂ ਕਿ ਆਪਾਂ ਕਸਟਮਰ ਨੂੰ ਫੁੱਲੀ ਸੈਟੀਸਫਾਈ ਕਰ ਸਕੀਏ। ਇਸ 'ਚ ਆਪਾਂ ਪ੍ਰੋਫਿਟ ਕਿਵੇਂ ਕਮਾਉਂਦੇ ਹਾਂ, ਥਰੂ ਕਸਟਮਰ ਸੈਟੀਸਫੈਕਸ਼ਨ। ਇਸ 'ਚ ਆਪਾਂ ਕਸਟਮਰ ਸੈਟੀਸਫੈਕਸ਼ਨ ਦੇਖਦੇ ਹਾਂ ਤੇ ਸੈਲਿੰਗ ਕੰਸੈਪਟ 'ਚ ਆਪਾਂ ਆਪਣਾ ਸੇਲ ਵੋਲਿਊਮ ਦੇਖਦੇ ਹਾਂ। ਸੋ ਸੈਲਿੰਗ ਫੋਕਸਿਸ ਔਨ ਦਾ ਨੀਡਸ ਆਫ ਦਾ ਸੈਲਰ, ਕਿਉਂਕਿ ਸੈਲਰ ਕੋਲ ਜਿਹੜਾ ਪ੍ਰੋਡਕਟ ਪਿਆ ਉਹਨੇ ਉਹੀ ਚੀਜ਼ ਵੇਚਣੀ ਹੈ। ਬਟ ਮਾਰਕੀਟਿੰਗ ਔਨ ਦਾ ਨੀਡਸ ਆਫ ਬਾਇਰ, ਜਿਹੜੀ ਮਾਰਕੀਟਿੰਗ ਹੈ ਉਹ ਕਿਹਦੀ ਨੀਡ ਦੇਖਦੀ ਹੈ, ਬਾਇਰ ਦੀ। ਇਹ ਵੈਰੀ ਇੰਪੋਰਟੈਂਟ ਹੈ ਵੀ ਲਾਈਨ। ਬਾਕੀ ਇਹ ਤਾਂ ਸੀਗਾ ਡਿਫਰੈਂਸ ਆਪਣਾ ਸੈਲਿੰਗ ਤੇ ਮਾਰਕੀਟਿੰਗ ਦਾ। ਹੁਣ ਤੁਸੀਂ ਰਾਈਟ ਸਾਈਡ ਤੇ ਦੇਖ ਰਹੇ ਹੋਗੇ ਇੱਕ ਫਲੋ ਚਾਰਟ ਬਣਾਇਆ ਹੋਇਆ ਹੈ ਜਿਸ ਦੇ ਵਿੱਚ ਕੀ ਦੱਸਿਆ ਹੋਇਆ ਹੈ, ਐਵਰੀ ਬਿਜ਼ਨਸ ਇਜ਼ ਅ ਪ੍ਰੋਫਿਟ, ਈਵਨ ਮਾਰਕੀਟਿੰਗ ਬਿਲੀਵਸ ਇਨ ਪ੍ਰੋਫਿਟ ਮੈਕਸਿਮਾਈਜੇਸ਼ਨ ਬਟ ਥਰੂ ਦਾ ਫੋਲੋਇੰਗ ਪਿਲਰਸ। ਕਿ ਜਿੰਨੇ ਵੀ ਆਪਾਂ ਬਿਜ਼ਨਸ ਰਨ ਕਰਦੇ ਹਾਂ ਉਹ ਕਿਸੇ ਨਾ ਕਿਸੇ ਆਪਾਂ ਪ੍ਰੋਫਿਟ ਕਮਾਉਣ ਪਿੱਛੇ ਕਰਦੇ ਹਾਂ। ਤੇ ਮਾਰਕੀਟਿੰਗ ਦਾ ਕਹਿੰਦੇ ਜਿਹੜਾ ਬਲੀਵ ਹੈ ਉਹ ਵੀ ਕਿਸ ਦੇ ਵਿੱਚ ਹੈ ਕਿ ਪ੍ਰੋਫਿਟ ਨੂੰ ਆਪਾਂ ਕਿਵੇਂ ਮੈਕਸਿਮਾਈਜ਼ ਕਰੀਏ। ਉਹਦੇ 4 ਪਿਲਰ ਨੇ ਪ੍ਰੋਫਿਟ ਨੂੰ ਮੈਕਸਿਮਾਈਜ਼ ਕਰਨ ਦੇ। ਕਿਵੇਂ, ਆਈਡੈਂਟੀਫਿਕੇਸ਼ਨ ਆਫ ਟਾਰਗੇਟ ਕਸਟਮਰਸ ਆਫ ਟਾਰਗੇਟ ਮਾਰਕੀਟ, ਕਿ ਜਿਹੜੇ ਆਪਾਂ ਨੇ ਮਾਰਕੀਟ ਨੂੰ ਟਾਰਗੇਟ ਕੀਤਾ ਹੋਇਆ ਹੈ ਉਹਦੇ ਕਸਟਮਰਸ ਨੂੰ ਟਾਰਗੇਟ ਕਰਨਾ, ਆਈਡੈਂਟੀਫਾਈ ਕਰਨਾ ਕਿ ਸਭ ਤੋਂ ਪਹਿਲਾਂ ਕਿ ਆਪਣੇ ਜਿਹੜੇ ਕਸਟਮਰਸ ਕੌਣ ਹੈ। ਫਿਰ ਉਸ ਤੋਂ ਬਾਅਦ ਕੀ ਕਰਦੇ ਆਪਾਂ, ਅੰਡਰਸਟੈਂਡਿੰਗ ਦਾ ਨੀਡਸ ਐਂਡ ਵਾਂਟ ਆਫ ਕਸਟਮਰਸ। ਫਿਰ ਉਹ ਪਰਟੀਕੂਲਰ ਕਸਟਮਰਸ ਦੀ ਨੀਡ ਐਂਡ ਵਾਂਟ ਨੂੰ ਦੇਖਣਾ ਕਿ ਉਹ ਵਾਕਈ 'ਚ ਚਾਹੁੰਦੇ ਕੀ ਆ ਆਪਣੀ ਨੀਡ ਨੂੰ ਸੈਟੀਸਫਾਈ ਕਰਨ ਲਈ। ਉਸ ਤੋਂ ਬਾਅਦ ਕੀ ਕਰਨਾ, ਡਿਵੈਲਪਿੰਗ ਪ੍ਰੋਡਕਟਸ ਔਰ ਸਰਵਿਸਿਜ਼ ਐਜ਼ ਪਰ ਦਾ ਨੀਡ ਐਂਡ ਵਾਂਟ ਆਫ ਦਾ ਕਸਟਮਰਸ। ਫਿਰ ਉਸ ਤੋਂ ਬਾਅਦ ਉਹਨਾਂ ਦੀ ਨੀਡ ਤੇ ਜਦੋਂ ਵਾਂਟ ਨੂੰ ਆਪਾਂ ਸਟੱਡੀ ਕਰ ਲੈਂਦੇ ਹਾਂ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੀ ਚੀਜ਼ ਉਹ ਚਾਹੁੰਦੇ ਆ। ਫਿਰ ਉਸ ਹਿਸਾਬ ਨਾਲ ਪ੍ਰੋਡਕਟਸ ਬਣਾਉਣਾ ਔਰ ਸਰਵਿਸਿਜ਼ ਨੂੰ ਦੇਣਾ ਐਜ਼ ਪਰ ਦਾ ਨੀਡ ਐਂਡ ਵਾਂਟ ਆਫ ਦਾ ਕਸਟਮਰ। ਐਂਡ ਲਾਸਟ ਪੁਆਇੰਟ ਕੀ ਹੈ, ਸੈਟਿਸਫੈਕਸ਼ਨ ਆਫ ਦਾ ਨੀਡ ਆਫ ਕਸਟਮਰ, ਕਿ ਜਿਹੜੇ ਕਸਟਮਰਸ ਹੈ ਉਹ ਆਪਣੀ ਨੀਡ ਤੋਂ ਸੈਟਿਸਫਾਈ ਹੋਏ ਆ ਪ੍ਰੋਡਕਟ ਨੂੰ ਖਰੀਦਣ ਤੋਂ ਬਾਅਦ ਕਿ ਨਹੀਂ। ਸੋ ਇਹ 4 ਪਿਲਰ ਮੈਂ ਤੁਹਾਨੂੰ ਨਾਲ ਹੀ ਇਹ ਸੈਲਿੰਗ ਤੇ ਮਾਰਕੀਟਿੰਗ ਕੰਸੈਪਟ ਤੇ ਕਿਉਂ ਸਮਝਾਇਆ, ਕਿਉਂਕਿ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤਾਂ ਇੱਕ ਤਰ੍ਹਾਂ ਦਾ ਇਹ ਮਾਰਕੀਟਿੰਗ ਕੰਸੈਪਟ ਹੀ ਹੋਇਆ ਕਿ ਆਈਡੈਂਟੀਫਾਈ ਕਰਨਾ ਮਾਰਕੀਟਸ ਨੂੰ, ਕਸਟਮਰ ਦੀ ਨੀਡਸ ਨੂੰ, ਉਸ ਤੋਂ ਬਾਅਦ ਅੰਡਰਸਟੈਂਡ ਕਰਨਾ, ਫਿਰ ਡਿਵੈਲਪ ਕਰਨਾ ਪ੍ਰੋਡਕਟਸ ਨੂੰ ਉਹਨਾਂ ਦੀ ਨੀਡ ਦੇ ਅਕੋਰਡਿੰਗ, ਐਂਡ ਲਾਸਟ ਪੁਆਇੰਟ ਕੀ ਹੈ ਆਪਣਾ, ਪ੍ਰੋਫਿਟ ਕਮਾਉਣਾ ਬਾय ਦਾ ਸੈਟਿਸਫੈਕਸ਼ਨ ਆਫ ਕਸਟਮਰ। ਦੇਖੋ ਨੈਕਸਟ ਸਲਾਈਡ ਦੇਖਦੇ ਹਾਂ। ਨੈਕਸਟ ਆਉਂਦਾ ਸੁਸਾਇਟਲ ਮਾਰਕੀਟਿੰਗ ਕੰਸੈਪਟ, ਜੋ ਕਿ ਆਪਣਾ ਲਾਸਟ ਕੰਸੈਪਟ ਹੈ। ਇਸ ਦੇ ਵਿੱਚ ਕੀ ਹੁੰਦਾ, ਜਿਵੇਂ ਕਿ ਤੁਹਾਨੂੰ ਨਾਮ ਤੋਂ ਪਤਾ ਲੱਗ ਰਿਹਾ ਕੀ ਆ ਰਿਹਾ, ਸੁਸਾਇਟਲ ਮਾਰਕੀਟਿੰਗ ਕੰਸੈਪਟ। ਯਾਨੀ ਕਿ ਮਾਰਕੀਟਿੰਗ ਦਾ ਜੋ ਆਪਾਂ ਨੇ ਫੀਚਰਸ ਪੜ੍ਹੇ ਸੀ ਉਹ ਵੀ ਸਾਰੇ ਇਨਕਲੂਡ ਹੈ ਤੇ ਪਲੱਸ ਹੋਰ ਨਾਲ ਕੀ ਇਨਕਲੂਡ ਹੋ ਜਾਂਦਾ ਇਸ 'ਚ, ਸੁਸਾਇਟੀ, ਕਿ ਆਪਾਂ ਨੇ ਨਾਲ ਹੀ ਸੁਸਾਇਟੀ ਦਾ ਧਿਆਨ ਰੱਖਣਾ ਹੈ। deliver value to the customers in a way that maintain or improves both the customers and society well-being, ਕਿ ਆਪਾਂ ਨੂੰ ਕਸਟਮਰ ਨੂੰ ਇਸ ਹਿਸਾਬ ਨਾਲ ਵੈਲਿਊ ਡਿਲੀਵਰ ਕਰਨੀ ਪਊਗੀ ਤਾਂ ਕਿ ਆਪਾਂ ਮੇਨਟੇਨ ਤੇ ਇੰਪਰੂਵ ਕਰੀਏ ਕੰਜ਼ਿਊਮਰ ਤੇ ਸੁਸਾਇਟੀ ਦੀ ਵੈਲਬੀਇੰਗ ਨੂੰ। ਐਕਚੁਅਲੀ ਜਿਹੜਾ ਇਹ ਕੰਸੈਪਟ ਹੈ 3 ਪਿਲਰ ਦੇ ਉੱਪਰ ਡਿਪੈਂਡ ਕਰਦਾ ਹੈ। ਇਹਦੇ 3 ਡਾਇਮੈਂਸ਼ਨਸ ਹੈ। ਸਭ ਤੋਂ ਪਹਿਲਾਂ ਕਿਹੜੀ ਡਾਇਮੈਂਸ਼ਨ ਆਪਾਂ ਨੂੰ ਦੇਖਣੀ ਪੈਂਦੀ ਹੈ, ਸੁਸਾਇਟੀ, ਕਿ ਆਪਾਂ ਜਦੋਂ ਕੋਈ ਮਾਰਕੀਟ ਦੇ ਵਿੱਚ ਪ੍ਰੋਡਕਟ ਲਾਂਚ ਕਰ ਰਹੇ ਹਾਂ ਤਾਂ ਸੁਸਾਇਟੀ ਨੂੰ ਉਹਦੇ ਨਾਲ ਕੋਈ ਹਾਰਮ ਨਾ ਹੋਵੇ ਬਲਕਿ ਬੈਨੀਫਿਟ ਪਹੁੰਚੇ ਜ਼ਿਆਦਾ ਤੋਂ ਜ਼ਿਆਦਾ। ਸੈਕਿੰਡ ਆਪਾਂ ਕੀ ਧਿਆਨ ਰੱਖਦੇ ਹਾਂ ਇਸ
ਜਦੋਂ ਸੁਸਾਇਟਲ ਮਾਰਕੀਟਿੰਗ ਕਨਸੈਪਟ ਯੂਜ਼ ਕਰਦੇ ਹਾਂ ਕਿ ਕੰਪਨੀ ਉਹ ਪ੍ਰੋਫਿਟ ਵੀ ਕਮਾਵੇ, ਕਿ ਆਪਾਂ ਨੇ ਹੁਣ ਸਾਰਾ ਸੁਸਾਇਟੀ ਦਾ ਥੋੜੀ ਦੇਖਣਾ ਹੈ, ਆਪਾਂ ਨੇ ਕੰਪਨੀ ਦੇ ਪ੍ਰੋਫਿਟਸ ਵੀ ਦੇਖਣੇ ਆ। ਸੋ ਨਾਲ ਨਾਲ ਆਪਾਂ ਨੂੰ ਕੰਪਨੀ ਦੇ ਪ੍ਰੋਫਿਟਸ ਵੀ ਦੇਖਣੇ ਪੈਣਗੇ। ਉਸ ਤੋਂ ਬਾਅਦ ਆਪਾਂ ਨੇ ਕੀ ਦੇਖਣਾ ਹੈ, ਕਸਟਮਰ ਦੀ ਸੈਟਿਸਫੈਕਸ਼ਨ। ਐਵੇਂ ਨਾ ਹੋਵੇ ਕਿ ਆਪਾਂ ਸਿਰਫ ਸੁਸਾਇਟੀ ਦਾ ਬੈਨੀਫਿਟ ਸੋਚੀ ਜਾਈਏ ਤੇ ਕਸਟਮਰ ਨੂੰ ਜਦੋਂ ਆਪਾਂ ਪ੍ਰੋਡਕਟ ਪ੍ਰੋਵਾਈਡ ਕਰੀਏ ਤੇ ਉਹਦੇ ਵਿੱਚ ਕੁਝ ਮਿਲੇ ਨਾ ਤੇ ਕੰਪਨੀ ਨੂੰ ਪ੍ਰੋਫਿਟ ਵੀ ਨਾ ਹੋਵੇ। ਸੋ ਆਪਾਂ ਨੇ ਕੀ ਦੇਖਣਾ ਹੈ ਕਿ ਕੰਜ਼ਿਊਮਰ ਨੂੰ ਸੈਟਿਸਫਾਈ ਵੀ ਹੋ ਰਹੀ ਹੈ ਪ੍ਰੋਡਕਟ ਯੂਜ਼ ਕਰਕੇ। ਸੋ ਇਹ ਤਿੰਨ ਚੀਜ਼ਾਂ ਨੇ ਜਿਹਦੇ ਉੱਪਰ ਆਪਾਂ ਨੇ ਫੋਕਸ ਕਰਨਾ ਹੈ ਜਦੋਂ ਆਪਾਂ ਰੀਡ ਕਰਾਂਗੇ ਸੁਸਾਇਟਲ ਮਾਰਕੀਟਿੰਗ ਕਨਸੈਪਟ। ਸੋ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਯਾਦ ਰੱਖਣਾ ਹੈ, ਸੁਸਾਇਟੀ, ਕੰਜ਼ਿਊਮਰ ਤੇ ਕੰਪਨੀ। ਕੰਪਨੀ ਯਾਨੀ ਕਿ ਪ੍ਰੋਫਿਟ ਪੁਆਇੰਟ ਆਫ ਵਿਊ ਨਾਲ, ਸੁਸਾਇਟੀ ਤਾਂ ਕਿ ਉਹਨਾਂ ਦਾ ਵੈਲਫੇਅਰ ਹੋਵੇ, ਕਸਟਮਰ ਤਾਂ ਕਿ ਉਹ ਫੁੱਲੀ ਸੈਟਿਸਫਾਈ ਹੋਵੇ। ਸੋ ਦੇਖਦੇ ਹਾਂ ਕੀ ਕਹਿੰਦੇ, ਡਿਲੀਵਰ ਸੁਪੀਰੀਅਰ ਵੈਲਿਊ ਟੂ ਦਾ ਕਸਟਮਰਸ ਇਨ ਅ ਵੇ ਦੈਟ ਮੇਨਟੇਨ ਔਰ ਇੰਪਰੂਵ ਦਾ ਕੰਜ਼ਿਊਮਰਸ ਐਂਡ ਦਾ ਸੋਸਾਇਟੀਜ਼ ਵੈਲਬੀਇੰਗ। ਡਿਲੀਵਰ ਕਰਨੀ ਵੈਲਿਊ ਕਸਟਮਰਸ ਨੂੰ ਤਾਂ ਕਿ ਕਸਟਮਰਸ ਹੈ ਜਿਹੜੇ ਉਹ ਮੇਨਟੇਨ ਰਹਿਣ ਤੇ ਇੰਪਰੂਵ ਹੋਵੇ ਸੋਸਾਇਟੀ ਦਾ ਵੈਲਬੀਇੰਗ। The societal marketing concept believes in giving back to the society as company is profiting because of society. So ਇਹ marketing ਜਿਹੜਾ concept ਹੈ, societal marketing concept ਕੀ ਕਹਿੰਦਾ ਹੈ ਕਿ society ਨੂੰ ਆਪਾਂ ਨੂੰ benefit provide ਕਰਨੇ ਪੈਣਗੇ, ਕਿਉਂਕਿ ਜਿਹੜੀ company ਹੈ ਉਹ profit ਵੀ ਤਾਂ society ਤੋਂ ਹੀ ਕਮਾਉਂਦੀ ਹੈ ਨਾ। ਅਗਰ society company ਦਾ ਸਾਥ ਨਾ ਦੇਵੇ ਤਾਂ company ਹੈ ਜਿਹੜੀ ਉਹ long term ਰਨ ਨਹੀਂ ਕਰ ਪਾਊਗੀ। ਸੋ ਇਹ company ਦੀ responsibility ਬਣਦੀ ਹੈ ਕਿ ਉਹ society ਨੂੰ ਕੁਝ in return ਦੇਵੇ। ਹੁਣ ਦੇਖੋ ਟਾਟਾ ਨੇ ਕੀ ਕੀਤਾ ਹੈ, ਸੁਸਾਇਟਲ ਮਾਰਕੀਟਿੰਗ ਕਨਸੈਪਟ ਯੂਜ਼ ਕਰਕੇ ਉਹਨਾਂ ਨੇ ਟਾਟਾ ਨੈਕਸਨ ਈਵੀ ਲਾਂਚ ਕੀਤੀ ਹੈ, ਜੋ ਕਿਹਦੇ ਉੱਪਰ ਚੱਲਦੀ ਹੈ, ਇਲੈਕਟ੍ਰਿਸਿਟੀ ਦੇ ਉੱਪਰ ਚੱਲਦੀ ਹੈ। ਇਹਦੇ ਨਾਲ ਕੀ ਹੋਊਗਾ, ਆਪਾਂ ਫਿਊਲ ਦੀ ਕੰਜ਼ੰਪਸ਼ਨ ਹੈ ਉਹ ਜ਼ੀਰੋ ਹੋ ਜਾਊਗੀ, ਜਿਸ ਨਾਲ ਜਿਹੜਾ ਪੋਲਿਊਸ਼ਨ ਹੈ, ਠੀਕ ਹੈ ਨਾ, ਸੁਸਾਇਟੀ ਦੇ ਵਿੱਚ ਉਹ ਘੱਟ ਹੋਊਗਾ। ਸੋ ਟਾਟਾ ਦਾ ਇਹ ਜਿਹੜਾ ਸਟੈਪ ਹੈ ਇਹ ਬਹੁਤ ਹੀ ਅੱਛਾ ਸਟੈਪ ਹੈ, ਜਿਸ ਨਾਲ ਆਉਣ ਵਾਲੇ ਟਾਈਮ 'ਚ ਜਿਹੜਾ ਪੋਲਿਊਸ਼ਨ ਹੈ ਰਿਡਿਊਸ ਹੋਊਗਾ ਤਾਂ ਕਿ ਸੁਸਾਇਟੀ ਨੂੰ ਇੱਕ ਅੱਛਾ ਇਨਵਾਇਰਨਮੈਂਟ ਮਿਲੂਗਾ ਜਿਹਦੇ ਵਿੱਚ ਉਹ ਜੀ ਸਕਦੇ ਨੇ। ਸੋ ਦੇਖੋ ਇਹ ਕੀ ਹੋਇਆ, ਸੁਸਾਇਟੀ ਪੁਆਇੰਟ ਆਫ ਵਿਊ ਨਾਲ ਦੋ ਪੁਆਇੰਟ ਹੋਏ ਜਦੋਂ ਟਾਟਾ ਨੇ ਆਪਣੀ ਨਿਊ ਕਾਰ ਇਹ ਲਾਂਚ ਕੀਤੀ ਹੈ। ਹੁਣ ਦੇਖੋ ਆਪਾਂ ਨੇ ਜਿੰਨੇ ਵੀ ਕਨਸੈਪਟ ਰੀਡ ਕੀਤੇ ਆ ਉਹਨਾਂ ਦਾ ਆਪਾਂ ਇੱਕ ਦੇਖ ਲੈਂਦੇ ਹਾਂ, ਚਾਰਟ ਦੇਖ ਲੈਂਦੇ ਹਾਂ, ਤੁਹਾਨੂੰ ਇੱਕ ਵਾਰ ਰਿਵੀਜ਼ਨ ਹੋ ਜੂਗੀ। ਸੋ ਪ੍ਰੋਡਕਸ਼ਨ, ਪ੍ਰੋਡਕਟ, ਸੈਲਿੰਗ, ਮਾਰਕੀਟਿੰਗ ਐਂਡ ਸੁਸਾਇਟਲ ਮਾਰਕੀਟਿੰਗ। ਸੋ ਪ੍ਰੋਡਕਸ਼ਨ ਕਨਸੈਪਟ ਕੀ ਕਹਿੰਦਾ ਹੈ ਕਿ ਉਹਨਾਂ ਦੀ ਫਿਲਾਸਫੀ ਕਿਹਦੇ ਉੱਪਰ ਬੇਸ ਹੈ, ਕੁਆਲਿਟੀ ਪ੍ਰੋਡਕਟਸ ਐਟ ਲੋ ਪ੍ਰਾਈਸ, ਕਿ ਪ੍ਰੋਡਕਟਸ ਦੇਣਾ ਐਟ ਲੋ ਪ੍ਰਾਈਸ। ਆ ਕੁਆਲਿਟੀ ਵਰਡ ਉਰੋਂ ਕੱਟ ਦੋ ਕਿਉਂਕਿ ਉਹ ਕੁਆਲਿਟੀ ਦੇ ਉੱਪਰ ਧਿਆਨ ਨਹੀਂ ਦਿੰਦੇ ਹੈਗੇ, ਉਹ ਕਿਹਦੇ ਉੱਪਰ ਧਿਆਨ ਦਿੰਦੇ ਨੇ, ਲੋ ਪ੍ਰਾਈਸ ਤੇ ਮਾਸ ਪ੍ਰੋਡਕਸ਼ਨ। ਸੈਕਿੰਡ ਕੰਸੈਪਟ ਕੀ ਹੈ, ਪ੍ਰੋਡਕਟ ਕੰਸੈਪਟ, ਪ੍ਰੋਡਕਟ ਵਿਦ ਗੁੱਡ ਕੁਆਲਿਟੀ ਫੀਚਰਸ ਐਂਡ ਪਰਫਾਰਮੈਂਸ, ਕਿ ਕਸਟਮਰਸ ਨੂੰ ਜਿਹੜਾ ਪ੍ਰੋਡਕਟ ਦੇਣਾ ਉਹ ਇੱਕ ਤਾਂ ਅੱਛਾ ਹੋਵੇ, ਕੁਝ ਫੀਚਰਸ ਵੀ ਹੋਣ ਤੇ ਉਹਨਾਂ ਦੀ ਪਰਫਾਰਮੈਂਸ ਵੀ ਹੋਵੇ। ਸੈਲਿੰਗ ਕੰਸੈਪਟ ਕੀ ਕਹਿੰਦਾ, ਪ੍ਰੋਡਕਟਸ ਡੋਂਟ ਸੈਲ ਦੈਮਸੈਲਫ, ਕਸਟਮਰ ਨੀਡਸ ਟੂ ਬੀ ਕਨਵਿੰਸਡ ਟੂ ਬਾਏ, ਕਿ ਜਿਹੜੇ ਪ੍ਰੋਡਕਟ ਹੈ ਖੁਦ ਬ ਖੁਦ ਨਹੀਂ ਵਿਕਦੇ, ਆਪਾਂ ਨੂੰ ਕਸਟਮਰ ਨੂੰ ਕਨਵਿੰਸ ਕਰਨਾ ਪਊਗਾ, ਜ਼ੋਰ ਪਾਣਾ ਪਊਗਾ ਕਿ ਉਹ ਆਪਣੇ ਪ੍ਰੋਡਕਟਸ ਖਰੀਦਣ। फोर्थ कंसेप्ट की है मार्केटिंग कंसेप्ट, उसकी है सैटिस्फाई कस्टमर। अपनी फिलोसफी किहदे उपर डिपेंड है, पूरी कस्टमर्स के उपर। अपने पढ़े ना सेंट्रिक, कस्टमर सेंट्रिक अप्रोच है। सोसाइटल मार्केटिंग की कहती है कंसीडर्ड सोशल रिस्पोंसिबिलिटी वाइल मार्केटिंग, कि कस्टमर नूं भी सैटिस्फाई करना है बट आपां नूं अपनी सोशल रिस्पोंसिबिलिटीज भी ध्यान च रखनियां पैणगियां। हुण देखते हैं ऑब्जेक्टिव्स। प्रोडक्शन कंसेप्ट का ऑब्जेक्टिव की है, मिनीमाइज कॉस्ट एंड मेनटेन द वॉल्यूम, कि कॉस्ट नूं घट रखना ते जिहड़ी अपनी वॉल्यूम है उहनूं ज़्यादा तो ज़्यादा वधाना। प्रोडक्ट की कहता है ऑफर बेस्ट क्वालिटी प्रोडक्ट, की क्वालिटी कन्नी ध्यान देना। सैलिंग मैक्सिमम सेल्स, नाम तो ही पता लग रहा है। उस तो बाद मार्केटिंग की कहता है प्रॉफिट विद कस्टमर सैटिस्फैक्शन, इन्हां लई ऑब्जेक्टिव की है कस्टमर सैटिस्फैक्शन। सोसाइटल मार्केटिंग इन्हां लई की ऑब्जेक्टिव है प्रॉफिट विद कस्टमर सैटिस्फैक्शन एंड प्रोटैक्टेड सोशल इंटरस्ट, कि जिहड़ा सोशल इंटरस्ट है वो भी प्रोटैक्ट रहे ते कस्टमर जिहड़े हैं वो भी सैटिस्फाई हुंदे रहन। हुण लास्ट की है मैथड्स। प्रोडक्शन केड़ा मैथड यूज करता है, फोकस ऑन प्रोडक्शन एंड डिस्ट्रीब्यूशन एफिशिएंसी। आपने पढ़िया सी ना अफोर्डेबिलिटी एंड अवेलेबिलिटी। सो अफोर्डेबिलिटी का की सीगा कि सस्ता प्रोडक्ट देना ते हर एक जगह आपां नूं ओहदी लार्ज स्केल प्रोडक्शन करनी ताकि जिहड़ा प्रोडक्ट है वो हर एक जगह अवेलेबल हो सके। सैकेंड प्रोडक्ट की यूज करता केड़ा मैथड यूज करता है, फोकस ऑन प्रोडक्ट एंड फीचर्स। वो प्रोडक्ट दे उपर फोकस करते हैं ते उन्हां दे फीचर्स दे उपर। सैलिंग अग्रैसिव प्रमोशन टू सैल मोर,
ਉਹ ਅਗਰੈਸਿਵ ਤਰੀਕੇ ਨਾਲ ਪ੍ਰੋਮੋਸ਼ਨਸ ਕਰਦੇ ਆ। ਟੀਵੀ ਤੇ ਤੁਸੀਂ ਦੇਖੋਗੇ ਕਿੰਨੇ ਆਫਰਸ ਦੇ ਰਹੇ ਹੁੰਦੇ ਨੇ, ਬਾਰ-ਬਾਰ ਤੁਹਾਨੂੰ ਜਿਹੜੇ ਉਹਨਾਂ ਦੇ ਸੇਲਸਮੈਨ ਆ ਫੋਨ ਕਰਦੇ ਰਹਿੰਦੇ ਨੇ। ਮਾਰਕੀਟਿੰਗ ਕੰਸੈਪਟ ਫੋਕਸ ਔਨ ਟੋਟਲ ਮਾਰਕੀਟਿੰਗ ਮਿਕਸ। ਟੋਟਲ ਮਾਰਕੀਟਿੰਗ ਮਿਕਸ ਕੀ ਹੁੰਦਾ ਹੈ? ਇਸ 'ਚ ਸਾਰੀ ਐਕਟੀਵਿਟੀਜ਼ ਆ ਜਾਂਦੀ ਹੈ, ਬ੍ਰਾਂਡਿੰਗ, ਪ੍ਰੋਡਕਟ ਪਲੇਸ, ਡਿਸਟ੍ਰੀਬਿਊਸ਼ਨ, ਕਮਿਊਨੀਕੇਸ਼ਨ, ਸਾਰੀ ਇੰਟੀਗ੍ਰੇਟਿਡ ਮਾਰਕੀਟਿੰਗ ਆ ਜਾਂਦੀ ਹੈ ਇੱਕ ਤਰ੍ਹਾਂ ਦੀ, ਕਿ ਸਾਰੀ ਐਕਟੀਵਿਟੀਜ਼ ਨੂੰ ਇਕੁਅਲ ਫੋਕਸ ਰੱਖ ਕੇ ਕਸਟਮਰ ਨੂੰ ਸੈਟੀਸਫਾਈ ਕਰਨਾ। ਐਂਡ ਲਾਸਟ ਕੀ ਹੈ? ਮਾਰਕੀਟਿੰਗ ਮਿਕਸ ਚੇਂਜਡ ਅਕੋਰਡਿੰਗ ਟੂ ਸੋਸਾਇਟੀਜ਼ ਇੰਟਰਸਟ। ਜਿਹੜਾ ਮਾਰਕੀਟਿੰਗ ਮਿਕਸ ਹੈ, ਜਿਹੜੀ ਆਪਣੀ ਮਾਰਕੀਟਿੰਗ ਦੀ ਐਕਟੀਵਿਟੀਜ਼ ਹੈ, ਉਹਨਾਂ ਨੂੰ ਸੁਸਾਇਟੀ ਦੇ ਇੰਟਰਸਟ ਦੇ ਹਿਸਾਬ ਨਾਲ, ਤਾਂ ਕਿ ਆਪਾਂ ਸੁਸਾਇਟੀ ਨੂੰ ਇੱਕ ਬੈਸਟ ਇੰਟਰਸਟ ਦੇ ਸਕੀਏ, ਉਸ ਦੇ ਹਿਸਾਬ ਨਾਲ ਉਹਨਾਂ ਨੂੰ ਟਾਈਮਲੀ ਚੇਂਜ ਕਰਦੇ ਰਹਿਣਾ। ਸੋ ਇਹ ਤਾਂ ਸੀ ਜਿਹੜੇ 5 ਆਪਣੇ ਮੇਨ ਕੰਸੈਪਟ ਸੀਗੇ। ਬਾਕੀ ਇੱਕ ਕਈ ਵਾਰ ਕੀ ਆਪਾਂ ਨੂੰ ਟਰਮ ਦੇਖਣ ਨੂੰ ਮਿਲ ਜਾਂਦੀ ਹੈ, ਰਿਲੇਸ਼ਨਸ਼ਿਪ ਮਾਰਕੀਟਿੰਗ। ਇਹ ਵੀ ਇੱਕ ਕੰਸੈਪਟ ਹੈ, ਬਟ ਇਹ ਜਿਹੜਾ ਸਾਰਾ ਕੰਸੈਪਟ ਹੈ ਕਿਹਦੇ ਉੱਪਰ ਬੇਸ ਹੈ? ਰਿਲੇਸ਼ਨਸ਼ਿਪ ਦੇ ਉੱਪਰ। ਸੋ ਦੇਖਦੇ ਹਾਂ ਕਿ ਇਹ ਅਪਰੋਚ ਕੀ ਕਹਿੰਦੀ ਹੈ। The approach aim to build stronger relationship with customers and its business partners। business partners कौन हो गए? suppliers। कि एक अच्छा तो अच्छा relationship maintain करके रखना अपने customers ਦੇ ਨਾਲ as well as ਆਪਣੇ business partners ਦੇ ਨਾਲ। business partners ਦੇ ਨਾਲ ਕਿਉਂ ਅੱਛਾ relation ਰੱਖਣਾ? ਤਾਂ ਕਿ ਆਪਾਂ ਨੂੰ timely ਜਿਹੜੀ products ਦੀ delivery ਆ ਉਹ ਮਿਲਦੀ ਰਵੇ, ਠੀਕ ਹੈ ਨਾ। ਆਪਾਂ ਨੂੰ ਕੋਈ ਵੀ ਪ੍ਰੋਡਕਟ ਖਰੀਦਣ 'ਚ ਕਦੇ ਵੀ ਸਪਲਾਇਰ ਤੋਂ ਦਿੱਕਤ ਨਾ ਹੋਵੇ, ਉਹ ਵੀ ਆਪਣਾ ਸਾਥ ਦੇਵੇ, ਆਪ ਨੂੰ ਉਧਾਰ ਦਿੰਦਾ ਰਵੇ। ਸੋ ਉਹਨਾਂ ਨਾਲ ਰਿਲੇਸ਼ਨਸ਼ਿਪ ਵੀ ਕਾਫੀ ਜ਼ਰੂਰੀ ਹੈ। ਦਿਸ ਅਪਰੋਚ ਫੋਕਸ ਔਨ ਦਾ ਕਸਟਮਰ ਰਿਟੈਂਸ਼ਨ ਐਂਡ ਸੈਟਿਸਫੈਕਸ਼ਨ ਰੈਦਰ ਦੈਨ ਬੀਇੰਗ ਟ੍ਰਾਂਜੈਕਸ਼ਨਲ ਇਨ ਨੇਚਰ। ਸੋ ਜਿਹੜੀ ਇਹ ਅਪਰੋਚ ਹੈ ਕੀ ਕਹਿੰਦੀ ਹੈ ਕਿ ਕਸਟਮਰ ਨੂੰ ਰਿਟੇਨ ਕਰਕੇ ਰੱਖਣਾ ਆਪਾਂ ਨੇ ਲੌਂਗ ਟਰਮ ਲਈ, ਕਿ ਬਾਰ-ਬਾਰ ਆਪਣੇ ਕੋਲ ਜਿਹੜਾ ਕਸਟਮਰ ਹੈ ਉਹ ਦੁਬਾਰਾ ਤੋਂ ਪ੍ਰੋਡਕਟ ਖਰੀਦਣ ਆਵੇ ਤੇ ਉਹਨਾਂ ਨੂੰ ਆਪਾਂ ਸੈਟਿਸਫਾਈ ਕਰਦੇ ਰਹੀਏ ਪ੍ਰੋਡਕਟ ਦੇ ਕੇ, ਰੈਦਰ ਦੈਨ ਬੀਇੰਗ ਟ੍ਰਾਂਜੈਕਸ਼ਨਲ ਇਨ ਨੇਚਰ। ਬੀਇੰਗ ਟ੍ਰਾਂਜੈਕਸ਼ਨਲ ਇਨ ਨੇਚਰ ਦਾ ਮਤਲਬ ਕੀ ਹੋਇਆ? ਕਿ ਸਿਰਫ ਵਨ ਟਾਈਮ ਪ੍ਰੋਡਕਟ ਵੇਚਣਾ, ਕਿ ਇੱਕ ਵਾਰ ਆਪਾਂ ਨੇ ਪ੍ਰੋਡਕਟ ਵੇਚਿਆ ਫਿਰ ਨਹੀਂ ਆਪਾਂ ਨੇ ਸੋਚਣਾ। ਇਨ ਰਿਲੇਸ਼ਨਸ਼ਿਪ ਮਾਰਕੀਟਿੰਗ ਐਵਰੀਵਨ ਇਜ਼ ਟ੍ਰੀਟਡ ਐਜ਼ ਕਸਟਮਰ। ਜਦੋਂ ਆਪਾਂ ਰਿਲੇਸ਼ਨਸ਼ਿਪ ਮਾਰਕੀਟਿੰਗ ਦੇ ਕਰਦੇ ਹਾਂ, ਉਦੋਂ ਆਪਾਂ ਹਰ ਇੱਕ ਨੂੰ, ਸਪਲਾਇਰਸ ਨੂੰ ਵੀ ਆਪਾਂ ਕਸਟਮਰਸ ਮੰਨਦੇ ਤੇ ਕਸਟਮਰ ਨੂੰ ਤਾਂ ਕਸਟਮਰ ਮੰਨਦੇ ਹਾਂ, ਤਾਂ ਕਿ ਆਪਣੇ ਜਿਹੜੇ ਰਿਲੇਸ਼ਨ ਹੈ ਉਹ ਅੱਛੇ ਬਣੇ ਰਹਿਣ। ਬਾਕੀ ਅੱਜ ਦਾ ਜੋ ਹੁਣ ਲੈਕਚਰ ਹੈ ਉਸ ਦੇ ਰਿਲੇਟਡ ਆਪਾਂ ਕੁਐਸਚਨਸ ਦੇਖਦੇ ਹਾਂ। ਮਾਰਕੀਟਿੰਗ ਮੈਨੇਜਮੈਂਟ ਇਜ਼ dash of choosing target markets and keeping growing customers through creating, delivering and communicating superior customer value। ਇਹਦਾ ਆਨਸਰ ਦੱਸੋ ਕੀ ਆਊਗਾ? ਆਰਟ ਐਂਡ ਸਾਇੰਸ ਜਾਂ ਫਿਰ ਨਨ ਆਫ ਦ ਅਬਵ। ਸੋ ਇਹਦਾ ਆਨਸਰ ਕੀ ਹੈ? ਸੀ। ਸਭ ਤੋਂ ਪਹਿਲੀ ਸਲਾਈਡ ਦਾ ਆਪਾਂ ਨੇ ਪੜਿਆ ਸੀਗਾ, ਆਰਟ ਐਂਡ ਸਾਇੰਸ। ਸੈਕਿੰਡ ਕੁਐਸਚਨ, the dash concept hold that consumers and business if left alone will ordinarily not buy enough of the organization product। ਕਿ ਆਪਾਂ ਅਗਰ ਕਸਟਮਰ ਦੇ ਉੱਪਰ ਹੀ ਸਾਰਾ ਕੁਝ ਛੋੜ ਦਈਏ ਕਿ ਉਹ ਪ੍ਰੋਡਕਟ ਲੈ ਲੈਣਗੇ, ਤਾਂ ਆਪਣੇ ਜਿਹੜੇ ਪ੍ਰੋਡਕਟਸ ਆ ਨਹੀਂ ਵੇਚ ਸਕਦੀ ਜਿਹੜੀ ਆਰਗੇਨਾਈਜੇਸ਼ਨ ਹੈ। ਇਹ ਕਿਹੜਾ ਕੰਸੈਪਟ ਕਹਿੰਦਾ ਹੈ? ਪ੍ਰੋਡਕਸ਼ਨ ਕੰਸੈਪਟ? ਨਹੀਂ। ਸੈਲਿੰਗ ਕੰਸੈਪਟ? ਬਿਲਕੁਲ, ਕਿਉਂਕਿ ਸੈਲਿੰਗ ਕੰਸੈਪਟ ਐਂ ਕਹਿੰਦਾ ਨਾ ਕਿ ਆਪਾਂ ਨੂੰ ਕਸਟਮਰ ਨੂੰ ਪ੍ਰੋਡਕਟ ਵੇਚਣਾ ਪਊਗਾ, ਉਹ ਖੁਦ ਬ ਖੁਦ ਨਹੀਂ ਲੈਂਦਾ। Adding new features to a product is advocated by which of this approach? So ਨਿਊ ਫੀਚਰਸ ਨੂੰ ਐਡ ਕਰਨਾ ਪ੍ਰੋਡਕਟ ਦੇ ਵਿੱਚ, ਇਹ ਕਿਹੜਾ ਕੰਸੈਪਟ ਆਪਾਂ ਨੂੰ ਕਹਿੰਦਾ ਹੈ? ਪ੍ਰੋਡਕਟ ਅਪਰੋਚ, ਪ੍ਰੋਡਕਸ਼ਨ ਅਪਰੋਚ, ਮਾਰਕੀਟਿੰਗ ਅਪਰੋਚ ਜਾਂ ਫਿਰ ਸੈਲਿੰਗ ਅਪਰੋਚ। ਸੋ ਇਹਦਾ ਆਨਸਰ ਕੀ ਹੈ? ਪ੍ਰੋਡਕਟ ਅਪਰੋਚ। ਤੁਹਾਨੂੰ ਦੱਸਿਆ ਸੀ ਨਾ ਕਿ ਇੰਪਰੂਵ ਕਰਨਾ ਪ੍ਰੋਡਕਟ ਨੂੰ ਟਾਈਮ ਟੂ ਟਾਈਮ ਤੇ ਫੀਚਰਸ ਕੰਨੀ ਧਿਆਨ ਦੇਣਾ। The act of trading a desired product or service to receive something of value in return is known as। ਇਹ ਜਿਹੜਾ ਕੁਐਸਚਨ ਹੈ ਪਿਛਲੇ ਸਲਾਈਡ ਦੇ ਰਿਲੇਟਡ ਹੈ, ਪਿਛਲੇ ਲੈਕਚਰ ਦੇ ਰਿਲੇਟਡ ਕੁਐਸਚਨ ਹੈ। ਸੋ ਜਿਨ੍ਹਾਂ ਨੇ ਲੈਕਚਰ ਦੇਖਿਆ ਉਹਨਾਂ ਨੂੰ ਤਾਂ ਆਨਸਰ ਪਤਾ ਹੋਣਾ ਚਾਹੀਦਾ ਹੈ। ਇਹਦਾ ਆਨਸਰ ਕੀ ਹੈ? ਪ੍ਰੋਡਕਟ, ਐਕਸਚੇਂਜ, ਪ੍ਰੋਡਕਸ਼ਨ ਜਾਂ ਫਿਰ ਕਸਟਮਰ। ਦੱਸੋ ਇਹਦਾ ਆਨਸਰ ਕੀ ਹੋਊਗਾ? ਐਕਸਚੇਂਜ। ਸੋ ਆਪਾਂ ਨੇ ਪੜ੍ਹਿਆ ਸੀ ਨਾ ਐਕਸਚੇਂਜ ਦਾ ਮਤਲਬ ਕੀ ਹੁੰਦਾ ਹੈ? ਕਿ ਡਿਜ਼ਾਇਰਡ ਪ੍ਰੋਡਕਟ ਲੈਣਾ ਤੇ ਉਹਨਾਂ ਨੂੰ ਇਨ ਰਿਟਰਨ ਕਿਸੇ ਨੂੰ ਕੁਝ ਦੇਣਾ। ਯਾਨੀ ਕਿ ਆਪਾਂ ਅਗਰ ਦੁਕਾਨਦਾਰ ਕੋਲ ਜਾਂਦੇ ਹਾਂ, ਆਪਾਂ ਉਹ ਤੋਂ ਪ੍ਰੋਡਕਟ ਪਰਚੇਸ ਕਰਦੇ ਹਾਂ ਤੇ ਉਹਨਾਂ ਨੂੰ ਇਨ ਰਿਟਰਨ ਆਪਾਂ ਮਨੀ ਦਿੰਦੇ ਹਾਂ। Next and last question, which concept believes in ideology of mass production and mass consumption? ਕਿ ਜਿਹੜਾ ਮਾਸ ਪ੍ਰੋਡਕਸ਼ਨ ਕਰਾਂਗੇ ਤਾਂ ਹੀ ਮਾਸ ਆਪਾਂ ਜਿਹੜੇ ਕਸਟਮਰਸ ਨੂੰ ਵੇਚ ਸਕਾਂਗੇ। ਇਹਦਾ ਮਤਲਬ ਕੀ ਹੋਇਆ? ਪ੍ਰੋਡਕਟ, ਪ੍ਰੋਡਕਸ਼ਨ, ਮਾਰਕੀਟਿੰਗ ਜਾਂ ਫਿਰ ਸੈਲਿੰਗ। ਇਹਦਾ ਮਤਲਬ ਕੀ ਹੈ? ਪ੍ਰੋਡਕਸ਼ਨ। ਟੋਟਲੀ ਮਤਲਬ ਪ੍ਰੋਡਕਸ਼ਨ ਦੇ ਉੱਪਰ ਆਪਾਂ ਨੇ ਧਿਆਨ ਦੇਣਾ। ਮਾਸ ਪ੍ਰੋਡਕਸ਼ਨ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ। ਸੋ ਅੱਜ ਲਈ ਇੰਨਾ ਹੀ, ਬਾਕੀ ਤੁਸੀਂ ਘਰੇ ਰਹੋ। ਸੋ ਅੱਜ ਲਈ ਇੰਨਾ ਹੀ।
ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਅੱਛਾ ਲੱਗਿਆ ਹੋਊਗਾ ਤੇ ਅੱਛੇ ਤਰੀਕੇ ਨਾਲ ਸਮਝ ਲੱਗਿਆ ਹੋਊਗਾ। ਬਾਕੀ ਅਗਰ ਕਿਸੇ ਨੂੰ ਵੀ ਕੋਈ ਕੁਐਰੀ ਆਉਂਦੀ ਹੈ ਤਾਂ ਤੁਸੀਂ WhatsApp ਤੇ ਮੈਨੂੰ ਸੈਂਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਮੈਂਟ ਬਾਕਸ ਡ੍ਰੌਪ ਕਰ ਸਕਦੇ ਹੋ, ਮੈਂ ਤੁਹਾਡੀ ਕੁਐਰੀ ਦਾ ਆਨਸਰ ਦੇ ਦੂੰਗਾ। ਬਾਕੀ ਜਿਸ ਹਿਸਾਬ ਨਾਲ ਕਰੋਨਾ ਵੱਧ ਰਿਹਾ ਹੈ ਤਾਂ ਤੁਸੀਂ ਆਪਣੇ ਘਰੇ ਰਹੋ, ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਜਾਓ ਤੇ ਮਾਸਕ ਲਗਾ ਕੇ ਜਾਣਾ ਬਾਹਰ, ਕਿਉਂਕਿ ਸੋ ਅੱਜ ਲਈ ਇੰਨਾ ਹੀ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਸਮਝ ਆਇਆ ਹੋਊਗਾ ਅੱਛੇ ਤਰੀਕੇ ਨਾਲ। ਬਾਕੀ ਅਗਰ ਕਿਸੇ ਨੂੰ ਕੋਈ ਵੀ ਡਾਊਟ ਆਉਂਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਫਿਰ ਮੈਨੂੰ WhatsApp ਤੇ ਡ੍ਰੌਪ ਕਰ ਸਕਦੇ ਹੋ, ਮੈਂ ਤੁਹਾਡੀ ਕੁਐਰੀ ਦਾ ਆਨਸਰ ਦੇ ਦੂੰਗਾ। ਬਾਕੀ ਜਿਸ ਹਿਸਾਬ ਨਾਲ ਕਰੋਨਾ ਇਨਕਰੀਜ਼ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਘਰੇ ਰਹੋ, ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ, ਉਹ ਵੀ ਡਬਲ ਮਾਸਕ ਲਗਾ ਕੇ। ਐਂਡ ਥੈਂਕ ਯੂ ਸੋ ਮਚ।